चैनल देख रहे समूह दर्शकों ਨੂੰ ਮੇਰੇ ਵੱਲੋਂ ਜਾਣੀ ਕਿ ਮਨਦੀਪ ਸਿੰਘ ਗਿੱਲ ਨੂੰ ਬੁਲਾਈ ਹੋਈ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਾਡੇ ਪ੍ਰੋਗਰਾਮ ਸਾਡੇ ਬੱਚੇ ਸਾਡਾ ਭਵਿੱਖ ਦੇ ਵਿੱਚ ਵੀਰ ਜੀ ਸਰਦਾਰ ਸਤਨਾਮ ਸਿੰਘ ਜੀ ਹਾਜ਼ਰ ਨੇ। ਵੀਰ ਜੀ ਆਪ ਜੀ ਨੂੰ ਜੀ ਆਇਆਂ ਕਹਿੰਦੇ ਜੀ, ਵੈਲਕਮ ਟੂ ਦਾ ਸ਼ੋ। मैं सिख चैनल का बहुत धन्यवादी हाँ कि जिन्हों ने सानू इस प्लेटफार्म तो अपना मैसेज तुहाडे तक पहुँचाने में सहयोग दिता है। मैं सारे समूह जगत नू अपने वालों फतेह बुलांदा हाँ। वाहिगुरू जी का खालसा वाहिगुरू जी की फतेह। ਵੀਰ ਜੀ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਆਪਾਂ ਅੱਜ ਵਿਚਾਰ ਕਰਾਂਗੇ ਕਿ ਬੱਚੇ ਅਕਸਰ ਵੇਖਣ ਚ ਆਉਂਦਾ, ਸਾਰੇ ਘਰਾਂ 'ਚ ਨਹੀਂ ਪਰ ਬਹੁ ਗਿਣਤੀ ਘਰਾਂ 'ਚ ਮਾਂ ਪਿਓ ਤੋਂ ਬਾਗੀ ਹੋ ਜਾਂਦੇ ਨੇ। ਛੋਟੀ ਉਮਰ ਹੀ ਉਹਨਾਂ ਦਾ ਕਹਿਣਾ ਮੰਨਣ ਤੋਂ ਇਨਕਾਰੀ ਹੋ ਜਾਂਦੇ ਨੇ, ਜਾਂ ਕਹਿ ਲਓ ਆਪਣੀ ਜੀਵਨ ਰੌਂ ਦੇ ਵਿੱਚ ਵੀ ਭਟਕ ਜਾਂਦੇ ਨੇ। ਹਾਲਾਂਕਿ ਸਾਰੀਆਂ ਸੁੱਖ ਸਹੂਲਤਾਂ ਘਰਾਂ ਦੇ ਵਿੱਚ ਮੌਜੂਦ ਹੁੰਦੀਆਂ ਨੇ, ਮਾਂ ਬਾਪ ਆਪਣੇ ਵੱਲੋਂ ਬੜੇ ਸਾਧਨ ਸੰਪੰਨ ਉਹਨਾਂ ਲਈ ਕਰਦੇ ਨੇ। ਤੁਸੀਂ ਕੀ ਸਮਝਦੇ ਹੋ ਕਿ ਬੱਚਿਆਂ ਦੀ ਬਚਪਨ ਦੇ ਵਿੱਚ ਹੀ ਚੰਗੇ ਜੀਵਨ ਦੀ ਨੀਂਹ ਕਿਵੇਂ ਰੱਖੀ ਜਾ ਸਕਦੀ? ਤੁਹਾਡਾ ਮਨਦੀਪ ਜੀ सवाल बहुत ही जायज़ है, बहुत ही अच्छा सवाल है। लेकिन जो अज असी विचरते हाँ अपने परिवारां विच, अपने समाज विच, ये सानू घाट बहुत ज़्यादा महसूस हो रही है कि आने वाली जनरेशन अपने माँ बाप तो सानू लगता है कि वो बागी हो रही है, पर रियलिटी ये है कि वो बागी होने का कारण की है। ਆਪਾਂ ਅੱਜ ਦੇ ਪ੍ਰੋਗਰਾਮ ਵਿੱਚ ਉਸ ਕਾਰਨ ਨੂੰ ਲੱਭ ਕੇ ਉਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਢੰਗ ਤਰੀਕੇ ਵਿਚਾਰਨੇ ਹਨ। ਸਟਾਰਟਿੰਗ ਵਿੱਚ ਹੀ ਮੈਂ ਪੁੱਛਣਾ ਵਾ ਕਿ ਜੇਕਰ ਬੱਚਿਆਂ ਦਾ ਆਪਾਂ ਮਾਨਸਿਕ ਜਦੋਂ ਡਿਵੈਲਪਮੈਂਟ ਹੁੰਦੀ ਹੈ ਉਹਦੇ 'ਚ ਮਾਂ-ਬਾਪ ਦਾ ਯੋਗਦਾਨ ਅਹਿਮ ਹੁੰਦਾ। ਪਹਿਲੀ ਸਿੱਖਿਆ ਮਾਂ ਦੇ ਭੰਗੂੜੇ ਤੋਂ ਮਿਲਦੀ ਹੈ, ਮਾਂ ਦੀ ਗੋਦ 'ਚੋਂ ਮਿਲਦੀ ਹੈ। ਤੁਸੀਂ ਕੀ ਸਮਝਦੇ ਹੋ ਕੀ ਕਿਤੇ ਕਮੀ ਮਾਂ-ਬਾਪ 'ਚ ਰਹਿ ਗਈ शुरुआती दौर जिथे उन्होंने बच्चों समा देना सी, क्योंकि कम्मां कारां च बिजी होने करके मैनूं लगदा, मैं महसूस करदा कि शायद किते ना किते उन्होंने पालन पोषण विच ही कमी रह गई होगी, या समाज का इंपैक्ट उहदे ते इन्ना ज़्यादा हुंदा कि वो बच्चे जिहड़े आ मापिआं नालों समाज की ज़्यादा गल मनण लग जांदे ने या आले दुआले दी एनवायरनमेंट नूं अडैप्ट कर लैंदे ने। तुसीं इहदे बारे की टिप्पणी करनी चाहुंदे? ਇਹਦੇ ਵਿੱਚ ਮੈਂ ਤੇ ਜੋ ਮੇਰੇ ਦੇਖਣ ਵਿੱਚ ਆਇਆ ਹੈ, ਹਰ ਘਰ ਦੇ ਵਿੱਚ ਬੱਚਿਆਂ ਦਾ ਡਿਫਰੈਂਟ এনवायरमेंट ਹੈ। ਹਰ ਘਰ ਦਾ ਆਪਣਾ ਆਪਣਾ ਤੌਰ ਤਰੀਕਾ ਹੈ ਬੱਚਿਆਂ ਨੂੰ ਪਰਵਰਿਸ਼ ਕਰਨ ਦਾ, ਉਹਨਾਂ ਦੇ ਨਾਲ ਟਾਈਮ ਸਪੈਂਡ ਕਰਨ ਦਾ। ਲੇਕਿਨ ਜੋ ਰਿਐਲਿਟੀ ਇਹ ਹੈ ਕਿ ਅਸੀਂ ਇਹਨਾਂ ਮੁਲਕਾਂ ਵਿੱਚ ਆਪਣੇ ਵਸਦੇ ਰਸਤੇ ਘਰਾਂ ਨੂੰ ਛੱਡ ਕੇ ਇੱਕ ਬੱਚਿਆਂ ਨੂੰ ਚੰਗਾ ਜੀਵਨ ਦੇਣ ਵਾਸਤੇ ਇਹਨਾਂ ਮੁਲਕਾਂ ਵਿੱਚ ਅਸੀਂ ਪ੍ਰਵੇਸ਼ ਕੀਤਾ ਸੀ ਕਿ ਇਸ ਮੁਲਕ ਦੇ ਵਿੱਚ ਜਾ ਕੇ ਅਸੀਂ ਬੱਚਿਆਂ ਨੂੰ ਵੈਲ ਐਜੂਕੇਟ ਕਰਾਂਗੇ, ਉਹਨਾਂ ਦੇ ਇੱਕ ਚੰਗੇ ਜੀਵਨ ਬਣਾਵਾਂਗੇ। ਲੇਕਿਨ ਉਹਦੇ ਵਿੱਚ ਇੱਕ ਜਿਹੜੇ ਅਸੀਂ ਖੁਆਬ, ਅਸੀਂ ਆਪਣੇ ਅਰਮਾਨ ਲੈ ਕੇ ਇਹਨਾਂ ਮੁਲਕਾਂ ਵਿੱਚ ਆਏ ਸੀ, ਲੇਕਿਨ ਉਹਦੇ ਵਿੱਚ ਇੱਥੇ ਆ ਕੇ ਅਸੀਂ ਜਦੋਂ ਡਾਲਰਾਂ ਦੀ ਚਮਕ ਧਮਕ ਦੇਖੀ ਤੇ ਅਸੀਂ ਆਪਣੇ ਮੂਲ ਕਾਰਨ ਤੋਂ ਥੋੜਾ ਜਿਹਾ ਪਿੱਛੇ ਹੋ ਗਏ। ਜਿਹਦੇ ਤੇ ਮਾਂ-ਬਾਪ ਦਾ ਜਿਹੜਾ ਮੇਨ ਫਰਜ਼ ਸੀ, ਜਿਹੜਾ ਮਾਂ-ਬਾਪ ਨੇ ਆਪਣਾ ਮੇਨ ਰੋਲ ਅਦਾ ਕਰਨਾ ਸੀ ਇਨਵੈਸਟਮੈਂਟ ਬੱਚਿਆਂ ਨਾਲ, ਟਾਈਮ ਇਨਵੈਸਟਮੈਂਟ ਦੀ, ਉਹ ਟਾਈਮ ਅਸੀਂ ਮਤਲਬ ਜੋਬਾਂ ਦੇ ਉੱਤੇ ਭੱਜ ਦੌੜ ਦੀ ਜ਼ਿੰਦਗੀ ਦੇ ਉੱਤੇ ਗੁਜ਼ਾਰਨ ਦੇ ਕਾਰਨ ਅਸੀਂ ਉਹ ਪ੍ਰੋਪਰ ਟਾਈਮ ਬੱਚਿਆਂ ਨੂੰ ਨਾ ਦੇਣ ਦੇ ਕਾਰਨ ਬੱਚਿਆਂ ਦੇ ਵਿੱਚ ਤੇ ਸਾਡੇ ਵਿੱਚ ਜਿਹੜੀ ਇਹ ਗੈਪ ਹੈ, ਇਹ ਜੋ ਸਾਡੇ ਵਿੱਚ ਨਫ਼ਰਤ ਦੀ ਦੀਵਾਰ ਡੇ ਪਰ ਡੇ ਖੜੀ ਹੋਈ ਜਾ ਰਹੀ ਹੈ, ਇਸ ਦਾ ਮੇਨ ਕਾਰਨ ਸਾਡੇ ਟਾਈਮ ਦੀ ਇਨਵੈਸਟਮੈਂਟ ਦੀ ਘਾਟ ਹੈ। ਤੁਹਾਡਾ ਬੜਾ ਖੂਬਸੂਰਤ ਆਨਸਰ ਹੈ, ਪਰ ਇਹਦੇ ਵਿੱਚ ਬੱਚੇ ਜਿਹੜੀ ਸਿੱਖਿਆ ਜਿਹੜੀ ਮਾਂ-ਬਾਪ ਤੋਂ ਲੈਣੀ ਸੀ ਉਹ ਮਾਂ-ਬਾਪ ਤੋਂ ਲੈ ਨਹੀਂ ਪਾਏ। ਬਾਕੀ ਦੀ ਸਿੱਖਿਆ ਇਨਫੋਰਮੇਸ਼ਨ ਉਹਦੇ ਦਿਮਾਗ ਦੇ ਵਿੱਚ ਜਿਹੜੀ ਜਾਂਦੀ ਹੈ, ਜਾਂ ਕਹਿ ਲਓ ਜਿਹੜੇ ਜ਼ਹਿਰੀ ਵਿਚਾਰ ਉਹ ਅਡੈਪਟ ਕਰ ਰਿਹਾ, ਜਿਹੜੇ ਹੌਲੀ ਹੌਲੀ ਮਾਂ-ਬਾਪ ਲਈ ਨਾਸੂਰ ਬਣਦੇ ਆ, ਉਹਨਾਂ ਦੇ ਰਿਸ਼ਤਿਆਂ ਨੂੰ ਖਤਮ ਕਰਨ ਲਈ ਇੱਕ ਹਥਿਆਰ ਬਣਦੇ ਆ, ਉਹ ਵਿਚਾਰ ਉਹਨੂੰ ਕਿੱਥੋਂ ਮਿਲਦੇ ਨੇ? ਮੇਰਾ ਖਿਆਲ ਤੁਸੀਂ ਇੱਕ ਖੂਬਸੂਰਤ ਚਾਰਟ ਵੀ ਬਣਾਇਆ ਸਾਡੇ ਲਈ। ਹਾਂਜੀ, ਮੈਂ ਚਾਰਟ ਦੇ ਰਾਹੀਂ ਤੁਹਾਨੂੰ ਮਤਲਬ ਇਸ ਚੀਜ਼ ਬਾਰੇ ਪੂਰੀ ਡਿਟੇਲ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗਾ। ਗੁਰਬਾਣੀ ਵਿੱਚ ਇੱਕ ਬਹੁਤ ਅੱਛਾ ਗੁਰੂ ਮਹਾਰਾਜ ਨੇ ਮਤਲਬ शब्द उच्चारण किया है, लोड़े दाख बिजोरियां किकर बीजे जट जी। हुण जो असी बीजांगे, अगे महाराज कहंदे ने जैसा बीजे सोलुने कर्मा संदड़ा खेत। हुण इहदे विच पैदावार विच कोई घाट साथों रह गई है। ठीक है, जेकर असी हुण किकर बीजे हन
ਤੇ ਉਹ ਤੋਂ ਅਸੀਂ ਖਜ਼ੂਰਾਂ ਦੀ ਆਸ ਤੇ ਨਹੀਂ ਨਾ ਕਰ ਸਕਦੇ। ਬੱਚਾ ਪੈਦਾ ਜ਼ਰੂਰ ਅਸੀਂ ਕੀਤਾ ਹੈ, ਪਰ ਪਰਵਰਿਸ਼ ਪ੍ਰੋਪਰ ਨਹੀਂ ਕਰਦਾ। ਲੇਕਿਨ ਉਹਨੂੰ ਮਤਲਬ ਅੱਛਾ ਰੂਪ ਦੇਣ ਵਿੱਚ, ਉਹਦੀ ਅੱਛੀ ਪਰਵਰਿਸ਼ ਵਿੱਚ ਕੋਈ ਜਿਹੜੀ ਘਾਟ ਰਹਿ ਗਈ ਹੈ, ਉਹਦੇ ਕਾਰਨ ਅਸੀਂ ਖੁਦ ਬੱਚਾ ਆਪਾਂ ਇਹ ਕਹਿ ਲਈਏ ਕਿ ਪ੍ਰਮਾਤਮਾ ਵੱਲੋਂ ਬਖਸ਼ਿਆ ਹੋਇਆ ਗਿਫਟ ਹੈ, ਹੀਰਾ ਹੈ, ਜਾਂ ਇਹਨੂੰ ਜਿਹੜਾ ਤਰਾਸ਼ਣਾ, ਸੰਸਾਰ ਮੂਹਰੇ ਪੇਸ਼ ਕਰਨਾ, ਇਹਦੇ ਲਈ ਉਹ ਸਾਨੂੰ ਐਜ਼ ਅ ਮਾਪੇ ਚੂਜ਼ ਕਰਦਾ, ਮਾਪਿਆਂ ਨੂੰ ਚੂਜ਼ ਕਰਦਾ, ਇਹ ਤਾਂ ਵਾਹਿਗੁਰੂ ਦੇ ਹੱਥ ਵਸਾ। ਪਰ ਉਹਦੀ ਜਿਹੜੀ ਪ੍ਰੈਜੈਂਟੇਸ਼ਨ 'ਚ ਕਮੀ ਰਹਿ ਜਾਂਦੀ ਹੈ, ਇਹ ਅਕਸਰ ਮਾਂ-ਬਾਪ ਦੀ ਇਗਨੋਰੈਂਸ ਕਰਕੇ ਜਾਂ ਕੁਝ ਹੋਰ ਨਾ ਕਰਕੇ। ਤੁਸੀਂ ਕੀ ਸਮਝਦੇ? ਪਰਮਾਤਮਾ ਨੇ ਜਦੋਂ ਬੱਚਾ ਮਾਂ-ਬਾਪ ਦੀ ਗੋਦ ਵਿੱਚ ਅਨਮੋਲ ਤੋਹਫਾ ਪਾਇਆ, ਮਾਂ-ਬਾਪ ਉਹ ਖੁਸ਼ੀ ਦੇ ਵਿੱਚ ਇੰਨਾ ਝੂਮ ਉੱਠਿਆ, ਉਹ ਖੁਸ਼ੀ ਦੇ ਵਿੱਚ ਹੀ ਆਪਣੀ ਹੋਸ਼ ਹਵਾਸ ਗਵਾ ਕੇ ਆਪਣੇ ਅਸਲੀ ਫਰਜ਼ਾਂ ਤੋਂ ਬੇਮੁਖ ਹੋ ਗਿਆ, ਜਾਂ ਆਪਣੀ ਉਸ ਅਵੇਅਰਨੈਸ ਦੀ ਘਾਟ ਦੇ ਕਾਰਨ ਜਿਸ ਸੁੰਦਰ ਗਿਫਟ ਨੂੰ ਖੋਲ ਕੇ ਉਸਨੇ ਉਸ ਨੂੰ ਇੱਕ ਚੰਗੀ ਰਾਹਤ, ਚੰਗਾ ਜੀਵਨ ਪ੍ਰਦਾਨ ਕਰਨਾ ਸੀ, ਉਸ ਕਈ ਮਾਂ-ਬਾਪ ਨੇ ਆਪਣੇ ਬੱਚੇ ਦੇ ਨਾਲ ਨਾ ਟਾਈਮ ਸਪੈਂਡ ਕਰਨ ਕਰਕੇ ਉਹ ਗਿਫਟਾਂ ਨੂੰ ਖੋਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਅੱਜ ਸਭ ਤੋਂ ਜ਼ਿਆਦਾ ਉਹੀ ਮਾਂ-ਬਾਪ ਦੁਖੀ ਹਨ ਕਿ ਜਿਹੜੇ ਇਹ ਸ਼ਿਕਵੇ ਕਰਦੇ ਹਨ ਕਿ ਅਸੀਂ ਦਿਨ ਰਾਤ ਬੱਚਿਆਂ ਵਾਸਤੇ ਮਿਹਨਤ ਮਸ਼ੱਕਤ ਤੇ ਜ਼ਰੂਰ ਕਰਦੇ ਹਾਂ, ਲੇਕਿਨ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ। ਉਸ ਦਾ ਮੂਲ ਕਾਰਨ ਆਪਾਂ ਅੱਜ ਲੱਭਣਾ ਹੈ। ਜੀ, ਜੇ ਮੂਲ ਕਾਰਨ ਵੱਲ ਗੱਲ ਕਰੀ ਹੋਈ ਹੈ, ਆਪਾਂ ਮੂਲ ਕਾਰਨ ਬਾਰੇ ਹੀ ਨਾ ਗੱਲ ਕਰੀਏ ਸ਼ੁਰੂ। ਤੁਸੀਂ ਕੀ ਸਮਝਦੇ ਹੋ, ਬੱਚਿਆਂ ਤੇ ਪਹਿਰਾ ਦੇਣਾ ਜਾਂ ਬੱਚਿਆਂ ਨੂੰ ਸਮਾਂ ਦੇਣਾ ਕਿੰਨਾ ਕੁ ਇੰਪੋਰਟੈਂਟ? ਹੁਣ ਦੇਖੋ, ਆਪਾਂ ਅੱਜ ਦੀ ਵਿਚਾਰ ਇਸੇ ਪ੍ਰੋਗਰਾਮ ਦੇ ਅਧੀਨ, ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਕਰਨੀ ਹੈ। ਉਹ ਇਹ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਜੀ, ਉਹ ਕਹਿੰਦੇ ਨੇ 5 ਸਾਲ ਗਾਲ ਤੇ 1 ਲਾਲ ਪਾਲ। ਜਿਹੜੇ ਪਹਿਲੇ 5 ਸਾਲ ਦੀ ਤੁਹਾਡੀ ਇਨਵੈਸਟਮੈਂਟ ਹੈ, ਉਹ ਬਹੁਤ ਹੀ ਇੱਕ ਅਹਿਮ ਰੋਲ ਅਦਾ ਬੱਚੇ ਦੇ ਜੀਵਨ ਵਿੱਚ ਅਤੇ ਤੁਹਾਡੇ ਸਤਿਕਾਰ ਦੇ ਵਿੱਚ ਬਹੁਤ ਜ਼ਿਆਦਾ ਡਾਊਨ ਦਾ ਰੋਡ ਪਲੇ ਦ ਬੈਸਟ ਰੋਲ। ਹੁਣ ਜਿਵੇਂ ਦੇਖੋ, ਇਹ ਗਲਾਸ ਹੈ, ਇਹ ਖਾਲੀ ਗਲਾਸ ਹੈ। ਇਸ ਗਲਾਸ ਦੇ ਵਿੱਚ ਅਸੀਂ ਪਾਣੀ ਵੀ ਪਾ ਸਕਦੇ ਹਾਂ, ਅਸੀਂ ਦੁੱਧ ਵੀ ਪਾ ਸਕਦੇ ਹਾਂ, ਅਸੀਂ ਜੂਸ ਵੀ ਪਾ ਸਕਦੇ ਹਾਂ, ਲੇਕਿਨ ਗਲਾਸ ਨੇ ਇਗਨੋਰ ਨਹੀਂ ਕਰਨਾ ਕਿ ਮੇਰੇ ਵਿੱਚ ਤੁਸੀਂ ਇਹ ਚੀਜ਼ ਯੂਜ਼ ਕਰੋ ਜਾਂ ਤੁਸੀਂ ਮੇਰੇ ਵਿੱਚ ਇਹ ਚੀਜ਼ ਨਾ ਯੂਜ਼ ਕਰੋ। ਬੱਚੇ ਦਾ ਮਨ ਵੀ ਜਦੋਂ ਬੱਚਾ ਤੁਹਾਡੇ ਗ੍ਰਹਿ ਵਿੱਚ ਪ੍ਰਵੇਸ਼ ਕਰਦਾ ਹੈ, ਉਹ ਦੇ ਕੋਲ ਆਪਣੀ ਕੋਈ ਸੋਚ ਸ਼ਕਤੀ ਨਹੀਂ, ਉਹ ਇੱਕ ਵੈਰੀ ਓਪਨ ਮਾਈਂਡਡ ਹੈ। ਉਸ ਦਾ ਮਾਈਂਡ ਬਲੈਕ ਬੋਰਡ ਵਾਂਗੂ ਖਾਲੀ ਹੈ। ਉਸ ਦੇ ਉੱਤੇ ਜੋ ਤੁਸੀਂ ਲਿਖਣਾ ਹੈ, ਜੋ ਤੁਸੀਂ ਵਿਚਾਰ ਉਹਨੂੰ ਭੇਜ ਰਹੇ ਹਨ, ਉਹੀ ਦੁਬਾਰਾ ਵਿਚਾਰ ਉਹਨੇ ਕੱਲ ਨੂੰ ਰੀਪਰੋਡਿਊਸ ਕਰਕੇ ਤੁਹਾਡੇ ਸਾਹਮਣੇ ਰੱਖਣੇ ਹਨ। ਹੁਣ ਇੱਥੇ ਪਹਿਰਾ ਦੇਣ ਦੀ ਗੱਲ ਇਹ ਹੈ ਕਿ ਮਾਂ-ਬਾਪ ਉਸ ਵਾਸਤੇ ਕਿਹੋ ਜਿਹਾ ਐਟਮੋਸਫੀਅਰ, ਮਾਹੌਲ ਕਿਹੋ ਜਿਹਾ ਬਣਾਉਂਦਾ ਹੈ ਜਿਸ ਦੇ ਵਿੱਚੋਂ ਬੱਚੇ ਨੇ ਸਿੱਖਿਆ ਲੈ ਕੇ ਕੱਲ ਨੂੰ ਆਪਣੀ ਜ਼ਿੰਦਗੀ ਵਿੱਚ ਉਸ ਮਾਹੌਲ ਨੂੰ ਅਪਲਾਈ ਕਰਨਾ। ਕਹਿਣ ਤੋਂ ਭਾਵ ਜਿਹੜਾ ਸਹਿਜ ਭਾਵ ਬੱਚੇ ਦਾ ਦਿਮਾਗ ਆਪਣੇ ਆਲੇ ਦੁਆਲੇ ਤੋਂ ਜਾਂ ਆਪਣੇ ਮਾਂ-ਬਾਪ ਦੇ ਇੰਟਰੈਕਸ਼ਨ ਚੋਂ, ਮਾਂ-ਬਾਪ ਦੇ ਪਿਆਰ ਦੀਆਂ ਲੋਰੀਆਂ ਚੋਂ, ਜਾਂ ਉਸ ਨੂੰ ਜਿਸ ਢੰਗ ਨਾਲ ਪੋਲੇ ਸ਼ਬਦਾਂ ਰਾਹੀਂ ਉਦੋਂ ਤੋਂ ਸਿੱਖਦਾ, ਉਹਨੂੰ ਹੌਲੀ-ਹੌਲੀ ਉਹ ਆਪਣੇ ਅੰਦਰ ਅੰਤਿਕਰਨ ਵਿੱਚ ਲੈ ਜਾਂਦਾ। ਸੋ ਤੁਸੀਂ ਕੀ ਸਮਝਦੇ ਹੋ, ਮਾਂ-ਬਾਪ ਦੀ ਅਣਹੋਂਦ ਦੇ ਵਿੱਚ ਉਹ ਬੱਚਾ ਇਨਫੋਰਮੇਸ਼ਨ ਕਿੱਥੋਂ ਗੈਦਰ ਕਰਦਾ? ਹੁਣ ਦੇਖੋ, ਅੱਜ ਦਾ ਯੁੱਗ ਜੋ ਹੈ ਉਹ ਸਾਇੰਸ ਦਾ ਯੁੱਗ ਹੈ ਜੀ। ਜਦੋਂ ਅੱਜ ਤੋਂ 50 ਸਾਲ 40 ਸਾਲ ਪਹਿਲੇ ਅਸੀਂ ਪੈਦਾ ਹੋਏ ਸੀ, ਉਦੋਂ ਇੰਨਾ ਮੀਡੀਆ ਸਟਰੋਂਗ ਨਹੀਂ ਸੀ, ਉਦੋਂ ਇਹਦੇ ਟੈਕਨੋਲੋਜੀ ਦੇ ਸੋਰਸ ਨਹੀਂ ਸਨ। ਲੇਕਿਨ ਅੱਜ ਅਸੀਂ ਬੱਚਾ ਜੰਮਦਿਆਂ ਸਾਰੀ ਸਾਲ 1.5 ਸਾਲ ਦਾ ਹੁੰਦਾ, ਉਹ ਟੀਵੀ ਅੱਗੇ ਬੈਠ ਜਾਂਦਾ, ਉਹਦੇ ਹੱਥ ਵਿੱਚ ਅਸੀਂ ਸੈੱਲ ਫੋਨ ਫੜਾ ਦਿੰਦੇ ਹਾਂ, ਉਹਦੇ ਵਿੱਚ ਅਸੀਂ ਇੰਟਰਨੈਟ ਦੇ ਉੱਤੇ ਬੱਚੇ ਨੂੰ ਬਿਠਾ ਦਿੰਦੇ ਹਾਂ। ਅੱਜ ਦਾ ਬੱਚਾ ਮੈਕਸਿਮਮ 4 to 6 ਆਵਰਸ ਸਪੈਂਡ ਟਾਈਮ ਔਨ ਦ ਸਕਰੀਨ, ਭਾਵੇਂ ਉਹ ਟੀਵੀ ਦੀ ਸਕਰੀਨ ਹੈ, ਭਾਵੇਂ ਉਹ ਇੰਟਰਨੈਟ ਦੀ ਹੈ, ਭਾਵੇਂ ਉਹ ਸੈੱਲ ਫੋਨ ਦੀ ਹੈ। ਹੁਣ ਵੇਖੋ, ਜਿਹੜਾ ਉਹਦਾ ਸਰਾਊਂਡਿੰਗ ਮੀਡੀਆ ਹੈ ਜੀ, ਜਿਹਦੇ ਵਿੱਚ ਮੀਡੀਆ 'ਚ ਤੁਹਾਡੇ ਦੋਸਤ ਮਿੱਤਰ, ਭੈਣ ਭਾਈ, ਚਾਚੇ ਤਾਈ, ਦਾਦੀ ਦਾਦਾ, ਜਿਹੜਾ ਸਰਾਊਂਡਿੰਗ ਐਟਮੋਸਫੀਅਰ ਹੈ, ਜੋ ਭਾਸ਼ਾ ਉਹ ਬੋਲਦੇ ਹਨ। ਲੇਕਿਨ ਆਪਾਂ ਇਹ ਸੋਚਦੇ ਹਾਂ ਕਿ ਬੱਚਾ ਛੋਟਾ ਹੈ, ਆਪਾਂ ਬੱਚੇ ਸਾਹਮਣੇ ਗਾਲਾਂ ਵੀ ਕੱਢਦੇ ਹਾਂ, ਆਪਾਂ ਬੱਚੇ ਸਾਹਮਣੇ ਝਗੜਦੇ ਵੀ ਹਾਂ। ਬੱਚਾ ਜਸਟ ਲਾਈਕ ਏ ਅਬਜ਼ੋਰਬ ਲਾਈਕ ਏ ਸਪੰਜ, ਜਿਵੇਂ ਸਪੰਜ ਦੇ ਵਿੱਚ ਸ਼ਕਤੀ ਹੈ ਨਾ, ਉਹ ਪਾਣੀ ਨੂੰ ਆਪਣੇ ਅੰਦਰ ਅਬਜ਼ੋਰਬ ਕਰਦਾ ਹੈ। ਬੱਚਾ ਵੀ ਜੋ ਚੌਗਿਰਦੇ ਦੇਖਦਾ ਹੈ ਉਸ ਨੂੰ ਅਬਜ਼ੋਰਬ ਕਰੀ ਜਾ ਰਿਹਾ। ਉਹ ਜਿਵੇਂ ਆ ਗਲਾਸ ਖਾਲੀ ਦੀ ਆਪਾਂ ਗੱਲ ਕੀਤੀ ਹੈ ਨਾ ਜੀ, ਇਸ ਵਿੱਚ ਅਸੀਂ ਜੋ ਕੁਝ ਵੀ ਪਾਵਾਂਗੇ ਇਹਨੇ ਅਬਜ਼ੋਰਬ ਕਰ ਲੈਣਾ।
ਇਹਨੇ ਆਪਣੇ ਆਪ ਅੰਦਰ ਸਮੇਟ ਲੈਣਾ ਹੈ। ਉਸੇ ਤਰੀਕੇ ਨਾਲ ਹੀ ਜਿਹੜੀ ਇਨਫੋਰਮੇਸ਼ਨ ਹੁਣ ਆਪਾਂ ਕੋਸ਼ਿਸ਼ ਕੀਤੀ ਹੈ ਸਮਝਾਉਣ ਦੀ ਕਿ ਇਹ ਜਿਹੜੇ ਸਾਧਨ ਹਨ ਇਹਨਾਂ ਰਾਹੀਂ ਬੱਚੇ ਨੂੰ ਅੱਜ ਇਨਫੋਰਮੇਸ਼ਨ ਜਾ ਰਹੀ ਹੈ, ਲੇਕਿਨ ਉਹੀ ਇਨਫੋਰਮੇਸ਼ਨ ਦੁਬਾਰਾ ਕੱਲ ਨੂੰ ਉਹਨੇ ਰੀਯੂਜ਼ ਕਰਨੀ, ਪਰ ਉਹਨੂੰ ਅੱਜ ਕੁਝ ਨਹੀਂ ਪਤਾ ਕਿ ਇਹ ਗੱਲ ਚੰਗੀ ਹੈ ਜਾਂ ਇਹ ਗੱਲ ਮਾੜੀ ਹੈ। ਉਹਨੂੰ ਨਾ ਪਤਾ ਹੋਣ ਦਾ ਕਾਰਨ ਜਾਂ ਕਹਿੰਦੇ ਇਹਨੂੰ ਰਿਫਿਊਜ਼ ਨਾ ਕਰਨ ਦਾ ਕਾਰਨ, ਜਿੱਥੇ ਤੱਕ ਮੈਂ ਸਮਝਦਾ ਵੀ ਬੱਚੇ ਕੋਲ ਵਿਵੇਕ ਨਹੀਂ ਹੁੰਦਾ, ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਠੀਕ ਕੀ ਹੈ ਗਲਤ ਕੀ ਹੈ। ਠੀਕ ਗਲਤ ਦੀ ਪਹਿਚਾਣ ਜਿਹੜੀ ਆ ਉਹ ਸਮਾਂ ਪਾ ਕੇ ਐਜੂਕੇਸ਼ਨ ਦੇ ਰਾਹੀਂ, ਗਿਆਨ ਦੇ ਰਾਹੀਂ, ਉਮਰ ਦੇ ਰਾਹੀਂ ਜਾਂ ਤਜਰਬੇ ਦੇ ਰਾਹੀਂ ਹੀ ਸਾਨੂੰ ਮਿਲਦੀ ਹੈ। ਉਨੀ ਦੇਰ ਤੱਕ ਉਹ ਬੱਚਾ ਮਾਂ-ਬਾਪ 'ਤੇ ਜਾਂ ਆਪਣੀ ਸਰਾਊਂਡਿੰਗ 'ਤੇ ਡਿਪੈਂਡ ਕਰਦਾ ਕਿ ਉਹ ਉਸ ਨੂੰ ਕਿਸ ਤਰ੍ਹਾਂ ਦਾ ਮਾਹੌਲ, ਉਹਦਾ ਵਿਵੇਕ ਕਿਸ ਢੰਗ ਨਾਲ ਉਹ ਡਿਵੈਲਪ ਕਰਦੇ ਆ। ਸੋ ਕਮੀ ਜਿਹੜੀ ਹੈ ਮੈਂ ਸਮਝਦਾ ਤੁਹਾਡੇ ਵਿਚਾਰਾਂ ਤੋਂ ਮੈਨੂੰ ਇਹ ਗੱਲ ਸਮਝ ਲੱਗਦੀ ਹੈ ਕਿ ਜਿਹੜੀ ਮਾਂ-ਬਾਪ ਨੇ ਉਹਦਾ ਵਿਵੇਕ ਡਿਵੈਲਪ ਕਰਨਾ ਸੀ, ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਐਨਾਲਿਟੀਕਲ ਬੁੱਧੀ ਕਹਿੰਦੇ ਹਾਂ, ਉਹਨੂੰ ਐਨਾਲਿਸਿਸ ਕਰਨ ਦਾ ਜੋ ਗਿਆਨ ਹਾਸਲ ਹੋਣਾ ਸੀ, ਜਿੱਥੇ ਜਾ ਕੇ ਉਹ ਇਹ ਮਹਿਸੂਸ ਕਰ ਸਕਦਾ ਹੁੰਦਾ ਕਿ ਆਹ ਗੱਲ ਮੇਰੇ ਲਈ ਠੀਕ ਹੈ, ਆਹ ਗੱਲ ਮੇਰੇ ਲਈ ਗਲਤ ਹੈ। ਸੋ ਉਸ ਲੈਵਲ ਤੱਕ ਮਾਂ-ਬਾਪ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਹਨੂੰ ਪਹੁੰਚਾਉਣ, ਉਹਦਾ ਵਿਵੇਕ ਉੱਚਾ ਕਰਨ। ਬਿਲਕੁਲ ਤੁਹਾਡੀ ਬਿਲਕੁਲ ਗੱਲ ਦਰੁਸਤ ਹੈ। ਬਿਲਕੁਲ ਜਿਹੜੀ ਨੀਂਹ ਪੱਥਰ ਹੈ, ਹੁਣ ਦੇਖੋ ਆਪਾਂ ਮੰਨ ਲਓ CN ਟਾਵਰ ਦੇਖਣ ਜਾਂਦੇ ਹਾਂ ਜੀ, CN ਟਾਵਰ ਦੀ ਇੰਨੀ ਹਾਈਟ ਦੇਖ ਕੇ ਅਸੀਂ ਵਾਹ 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 ਕਰਕੇ ਘਰ ਆ ਜਾਂਦੇ ਹਾਂ, ਲੇਕਿਨ ਉਹ ਇੰਨੀ ਹਾਈਟ ਡਿਪੈਂਡ ਬੇਸਡ ਔਨ ਦਾ ਫਾਊਂਡੇਸ਼ਨ। ਬਿਲਕੁਲ, ਜੇ ਉਹਦੀ ਫਾਊਂਡੇਸ਼ਨ ਸਟਰੋਂਗ ਹੈ ਤੇ ਤਾਂ ਹੀ ਉਹ ਇੰਨੀ ਹਾਈਟ ਨੂੰ ਸੰਭਾਲੀ ਬੈਠਾ ਹੈ। ਬਿਲਕੁਲ, ਇਸ ਲਈ ਪੀਕ ਦਾ ਤੇ ਬਾਟਮ ਦਾ ਇੱਕ ਗਹਿਰਾ ਸੰਬੰਧ ਹੈ, ਬੁਨਿਆਦ ਦਾ ਤੇ ਮਨੁੱਖ ਦੀ ਸ਼ਖਸੀਅਤ ਦਾ ਇਸੇ ਢੰਗ ਨਾਲ ਸੀ। ਬਿਲਕੁਲ ਬਿਲਕੁਲ ਤੁਸੀਂ ਸਹੀ ਫਰਮਾਇਆ। ਹੁਣ ਬੱਚੇ ਨੂੰ ਵੇਖੋ ਜੀ, ਜੇ ਮਾਂ-ਬਾਪ ਜੋ ਉਮੀਦਾਂ ਲੈ ਕੇ ਅਸੀਂ ਇਹਨਾਂ ਮੁਲਕਾਂ ਵਿੱਚ ਆਏ ਸੀ ਕਿ ਅਸੀਂ ਇੱਕ ਬੱਚਿਆਂ ਨੂੰ ਚੰਗਾ ਜੀਵਨ ਦੇਵਾਂਗੇ, ਇੱਕ ਚੰਗਾ ਉਹਨਾਂ ਦਾ ਭਵਿੱਖ ਬਣਾਵਾਂਗੇ, ਉਹ ਭਵਿੱਖ ਬਣਾਉਣ ਵਿੱਚ ਸਭ ਤੋਂ ਪਹਿਲਾਂ ਤੇ ਮਾਂ-ਬਾਪ ਨੇ ਰੋਲ ਅਦਾ ਕਰਨਾ ਹੈ। ਇਹਨਾਂ ਮੁਲਕਾਂ ਵਿੱਚ ਸਾਡੀਆਂ ਜ਼ਰੂਰਤਾਂ ਹਨ, ਬਿੱਲ ਪੇ ਕਰਨੇ ਹਨ, ਘਰਾਂ ਦੀਆਂ ਮੋਰਗੇਜਾਂ ਪੇ ਕਰਨੀਆਂ ਹਨ, ਉਹ ਵੀ ਜ਼ਰੂਰੀ ਹਨ। ਪਰ ਇੱਥੇ ਇੱਕ ਗੱਲ ਸਮਝਣ ਯੋਗ ਹੈ ਕਿ ਬੱਚਾ ਅੱਜ ਹੱਥੋਂ ਨਿਕਲ ਗਿਆ, ਬੱਚੇ ਨਾਲ ਅਸੀਂ ਟਾਈਮ ਨਾ ਸਪੈਂਡ ਕੀਤਾ, ਅਸੀਂ ਉਹ ਟਾਈਮ ਜਿਹੜਾ ਆਪਣੀ ਅਰਨਿੰਗ ਇਨਕਮ ਵਿੱਚ ਸਪੈਂਡ ਕੀਤਾ, ਤੇ ਬੱਚੇ ਨੂੰ ਅਸੀਂ ਦੁਬਾਰਾ ਕੱਲ ਨੂੰ ਘਰ ਵਿੱਚ ਨਹੀਂ ਲਿਆ ਸਕਦੇ। ਲੇਕਿਨ ਜੇ ਅਸੀਂ 4-5 ਸਾਲ ਬੱਚੇ ਦੇ ਨਾਲ ਅੱਜ ਗੁਜ਼ਾਰਾਂਗੇ ਜੀ, ਤੇ ਮਾਇਆ ਅਸੀਂ ਕੱਲ ਨੂੰ ਵੀ ਇਕੱਠੀ ਕਰ ਸਕਦੇ ਹਾਂ। ਬਿਲਕੁਲ, ਮਾਇਆ ਸਾਥੋਂ ਮਤਲਬ ਇੰਨੀ ਦੂਰ ਨਹੀਂ ਜਾ ਚੁੱਕੀ ਹੋਏਗੀ ਜਿੰਨਾ ਕਿ ਸਾਥੋਂ ਬੱਚਾ ਦੂਰ ਜਾ ਚੁੱਕਿਆ ਹੋਵੇਗਾ। ਕਹਿਣ ਤੋਂ ਭਾਵ ਜਿਸ ਤਰ੍ਹਾਂ ਆਪਾਂ ਅਕਸਰ ਕਹਿੰਦੇ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਇਸ ਢੰਗ ਨਾਲ ਕਈ ਵਾਰੀ ਸੋਨਾ ਕਮਾਉਣ ਲਈ ਗਏ ਹੋਏ ਅਸੀਂ ਜੋ ਵਕਤ ਗਾਲ ਦਿੰਦੇ ਹਾਂ, ਤੇ ਕਈ ਵਾਰੀ ਅਸੀਂ ਬੱਚਿਆਂ ਨੂੰ ਗਵਾ ਲੈਂਦੇ ਹਾਂ। ਇਨ ਦਾ ਮੀਨ ਟਾਈਮ ਤੁਸੀਂ ਇੱਥੇ ਕੀ ਟਿੱਪਣੀ ਕਰਨੀ ਚਾਹੋਗੇ? ਮੈਂ ਆਪਣੇ ਭੈਣ ਭਰਾਵਾਂ ਨਾਲ, ਆਪਣੇ ਆਂਢ ਗੁਆਂਢ ਨਾਲ, ਆਪਣੇ ਦੋਸਤ ਮਿੱਤਰਾਂ ਦੇ ਘਰਾਂ ਵਿੱਚ ਜਾ ਕੇ ਇਹ ਮਹਿਸੂਸ ਕੀਤਾ ਹੈ ਕਿ ਜਿਹੜੇ ਮਾਂ-ਬਾਪ ਨੇ ਆਪਣੇ ਬੱਚਿਆਂ ਦੇ ਨਾਲ ਚੰਗਾ ਜੀਵਨ ਸਟਾਰਟਿੰਗ ਵਿੱਚ ਬਤੀਤ ਕੀਤਾ ਹੈ, ਉਹਨਾਂ ਦੇ ਬੱਚੇ ਮਾਂ-ਬਾਪ ਦੇ ਕਹਿਣੇ ਵਿੱਚ ਵੀ ਹਨ, ਉਹ ਪੜ੍ਹਾਈ ਵਿੱਚ ਵੀ ਅੱਗੇ ਹਨ, ਉਹ ਆਏ ਗਏ ਦੋਸਤ ਮਿੱਤਰਾਂ ਦਾ ਸਤਿਕਾਰ ਵੀ ਕਰਦੇ ਹਨ। ਪਰ ਜਿਹੜੇ ਮਾਂ-ਬਾਪ ਨੇ ਆਪਣੀ ਅਵੇਅਰਨੈਸ ਦੀ ਘਾਟ ਕਰਕੇ, ਬੱਚਿਆਂ ਨਾਲ ਟਾਈਮ ਸਪੈਂਡ ਨਾ ਕਰਨ ਕਰਕੇ ਆਪਣੀ ਅਹਿਮੀਅਤ ਜੌਬ ਨੂੰ, ਆਪਣੀ ਕਿਰਤ ਨੂੰ, ਆਪਣੀ ਕਮਾਈ ਨੂੰ ਦਿੱਤੀ ਹੈ, ਅੱਜ ਉਹਨਾਂ ਮਾਂ-ਬਾਪਾਂ ਦੇ ਘਰ ਮਹਿਲ ਹਨ, ਚੰਗੀਆਂ ਕਾਰਾਂ ਹਨ, ਲੇਕਿਨ ਮਾਂ-ਬਾਪ ਬਹੁਤ ਜ਼ਿਆਦਾ ਦੁਖੀ ਹਨ ਕਿਉਂਕਿ ਬੱਚੇ ਉਹਨਾਂ ਨੂੰ ਵੱਡੂ ਖਾਣ ਨੂੰ ਪੈਂਦੇ ਹਨ, ਬੱਚੇ ਉਹਨਾਂ ਦਾ ਕਹਿਣਾ ਨਹੀਂ ਮੰਨਦੇ। ਅੱਜ ਉਹ ਇਹ ਘਾਟ ਮਹਿਸੂਸ ਕਰਦੇ ਹਨ ਕਿ ਅਸੀਂ ਇਹਨਾਂ ਨੂੰ ਸਟਾਰਟਿੰਗ ਵਿੱਚ ਪ੍ਰੋਪਰ ਟਾਈਮ ਨਾ ਦੇਣ ਕਰਕੇ ਇਹ ਜੋ ਸਾਡੇ ਵਿੱਚ ਦੀਵਾਰ ਖੜੀ ਹੋਈ ਹੈ, ਇਸ ਦਾ ਅਸੀਂ ਕਾਰਨ ਖੁਦ ਹਾਂ। ਬਿਲਕੁਲ ਠੀਕ। ਇੱਕ ਅਗਲਾ ਸਵਾਲ ਹੈ ਜੀ, ਉਹ ਇਸ ਤੋਂ ਹਟ ਕੇ ਹੈ ਕਿ ਸਾਡੀ ਜੀਵਨ ਦੇ ਵਿੱਚ ਅਕਸਰ ਅਸੀਂ ਕਹਿੰਦੇ ਹਾਂ ਕਿ ਤਰੱਕੀ ਉਸ ਢੰਗ ਮਨ ਚਾਹੀ ਤਰੱਕੀ ਨਹੀਂ ਹੋ ਰਹੀ, ਜਾਂ ਸਾਡੀ ਤਰੱਕੀ ਰੁਕੀ ਕਿਉਂ ਪਈ ਹੈ। ਜੇ ਜਮਾਤੀ ਰੂਪ 'ਚ ਦੇਖੀਏ, ਜਾਤੀ ਰੂਪ 'ਚ ਅਸੀਂ ਬਿਨਾਂ ਸ਼ੱਕ ਕਿਸੇ ਮਨੁੱਖ ਨੇ ਕਿਸੇ ਪਾਸੇ ਕਰ ਲਈ, ਪਰ ਜਿਹੜੀ ਆਲਰਾਊਂਡ ਤਰੱਕੀ ਹੈ, ਜਿਸ ਨੂੰ ਆਪਾਂ ਕਹਿ ਲਓ ਵੀ ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਐਜੂਕੇਸ਼ਨਲ ਪੱਖ ਤੋਂ, ਔਰ ਨਾਲ ਜਮਾਤੀ ਰੂਪ 'ਚ, ਜਿਵੇਂ ਜਿਹਨੂੰ ਅਸੀਂ ਗੁਰਮਤਿ ਦੀ ਭਾਸ਼ਾ 'ਚ ਪੰਥਕ ਲੈਵਲ 'ਤੇ ਕਹਿ ਲਈਏ, ਉਹ ਅਸੀਂ ਜੇ ਦੇਖੀਏ ਤਾਂ ਪਛੜਾਪਣ ਦਿਖਾਈ ਦੇ ਰਿਹਾ ਸਾਨੂੰ ਸਮੁੱਚੇ ਰੂਪ 'ਚ। ਤੁਸੀਂ ਇਹਦੇ ਬਾਰੇ ਕੀ ਟਿੱਪਣੀ ਕਰਨੀ ਚਾਹੋਗੇ? ਹੁਣ ਜਿਹੜੀ ਤੁਸੀਂ ਉਹ ਗੱਲ ਕੀਤੀ ਹੈ, ਉਹ ਗੱਲ ਇਹ ਹੈ, ਦੇਖੋ ਜੀ, ਆਪਾਂ ਉਸ ਦੇ ਉੱਤੇ ਜੋ ਬਚਪਨ ਦੇ ਵਿੱਚ ਇਨਫੋਰਮੇਸ਼ਨ ਅਸੀਂ ਬੱਚੇ ਨੂੰ ਫੀਡ ਕਰ ਦਿੱਤੀ ਹੈ ਜੀ, ਉਸ ਟਾਈਮ ਬੱਚਾ ਅਨਕੌਂਸ਼ੀਅਸ ਸੀ, ਬੱਚੇ ਕੋਲ ਕੋਈ ਗਿਆਨ ਨਹੀਂ ਸੀ, ਉਹ ਇਨਫੋਰਮੇਸ਼ਨ ਨੂੰ ਅਬਜ਼ਰਵ ਕਰੀ ਜਾ ਰਿਹਾ ਸੀ। ਹੁਣ ਬੱਚਾ ਥੋੜਾ ਵੱਡਾ ਹੋ ਗਿਆ ਹੈ, ਹੁਣ ਬੱਚੇ ਦੇ ਕੋਲ ਜਿਹੜੀ ਹੈ
ਉਹ ਸ਼ਕਤੀ ਆ ਗਈ ਹੈ ਕੌਨਸ਼ੀਅਸ ਦੀ। ਹੁਣ ਉਹਦੇ ਕੋਲ ਉਹ ਸ਼ਕਤੀ ਹੈ ਕਿ ਉਹ ਮਾੜੀ ਚੰਗੀ ਚੀਜ਼ ਨੂੰ ਪਰਖ ਸਕਦਾ ਹੈ, ਲੇਕਿਨ ਉਹ ਪਰਖ ਤੇ ਜ਼ਰੂਰ ਸਕਦਾ ਹੈ, ਪਰ ਜਿਹੜਾ ਅਨਕੌਨਸ਼ੀਅਸ ਮਾਈਂਡ ਹੈ ਉਹ ਆਟੋ ਪਾਇਲਟ ਵਾਂਗੂ ਕੰਮ ਕਰਦਾ ਹੈ। ਠੀਕ ਹੈ। ਅਸੀਂ ਉਹ ਇਨਫੋਰਮੇਸ਼ਨ ਜ਼ਰੂਰ ਉਹਨੂੰ ਦਿੰਦੇ ਹਾਂ, ਲੇਕਿਨ ਉਸ ਇਨਫੋਰਮੇਸ਼ਨ ਨੂੰ, ਜਿਵੇਂ ਆਪਾਂ ਇੱਕ ਨਵਾਂ ਸਾਲ ਹੈ, ਮੰਨ ਲਓ ਇੱਕ ਨਵਾਂ ਸਾਲ ਹੈ, ਨਵੇਂ ਸਾਲ ਦੇ ਹਰ ਆਦਮੀ ਇੱਕ ਪਲਾਨ ਬਣਾਉਂਦਾ ਹੈ, ਆਈ ਵਾਂਟ ਟੂ ਲੂਜ਼ weight 10 pounds। ਉਹ ਪਹਿਲੇ ਹਫਤੇ ਜਿਮ ਵੀ ਜਾਣੀ ਸ਼ੁਰੂ ਕਰ ਦਿੰਦਾ ਹੈ, ਉਹ ਵਾਕ ਵੀ ਸ਼ੁਰੂ ਕਰਨੀ ਕਰ ਦਿੰਦਾ ਹੈ, ਲੇਕਿਨ 2 ਵੀਕਾਂ ਬਾਅਦ ਇਜ਼ ਆਊਟ ਆਫ ਮਾਈਂਡ, ਕਿਉਂਕਿ ਜਿਹੜਾ ਇੱਥੇ ਆ ਕੇ ਪ੍ਰੋਗਰਾਮ ਬਿਲਟ ਅਪ ਹੋਇਆ ਹੈ, ਜਿਹੜਾ ਪਲੈਨਿੰਗ ਤੋਂ, ਉਹਦੀ ਹੋਸ਼ ਹਵਾਸ ਤੋਂ ਪਹਿਲਾਂ ਉਹਦੇ ਜੀਵਨ ਵਿੱਚ ਅਸੀਂ ਇਨਫੋਰਮੇਸ਼ਨ ਜੋ ਫੀਡ ਕੀਤੀ ਹੋਈ ਹੈ, ਸਾਰਾ ਜੀਵਨ ਹੀ ਉਸ ਦਾ ਉਸ ਬੇਸ ਤੇ, ਉਸ ਬੁਨਿਆਦ ਦੇ ਉੱਤੇ ਹੀ ਚੱਲਦਾ ਹੈ। ਸੋ ਕਹਿਣ ਤੋਂ ਭਾਵ ਜੇਕਰ ਬੱਚਾ ਜਦ ਤੱਕ ਉਹ ਪੂਰਾ ਜਵਾਨ ਹੁੰਦਾ, ਸਿਆਣਪ ਵਾਲੇ ਪਾਸੇ ਨੂੰ ਵੱਧਦਾ, ਉਦੋਂ ਪਹਿਲਾਂ ਉਹਦੇ ਦਿਮਾਗ ਦੇ ਵਿੱਚ ਜਿਹੜੀ ਵੀ ਚੰਗੀ ਮੰਦੀ ਇਨਫੋਰਮੇਸ਼ਨ ਆ ਗਈ, ਉਹਦੇ ਬੇਸ ਤੇ ਉਹਦੇ ਦਿਮਾਗ ਦੀ ਬਣਤਰ ਬਣ ਗਈ, ਵਿਵੇਕ ਬਣ ਗਿਆ, ਉਸੇ ਆਧਾਰ ਤੇ ਉਹ ਠੀਕ ਹੈ ਜਾਂ ਗਲਤ ਹੈ ਦੇ ਫੈਸਲੇ ਲੈਂਦਾ। ਬਿਲਕੁਲ ਤੁਸੀਂ ਗੱਲ ਸਹੀ ਕਹੀ ਹੈ। ਹੁਣ ਤੁਸੀਂ ਵੇਖੋ ਕਈ ਪਰਿਵਾਰਾਂ ਦੇ ਵਿੱਚ ਬੱਚੇ ਉਹਨਾਂ ਦੇ ਵੀ ਹਨ, ਬੱਚੇ ਸਾਡੇ ਵੀ ਹਨ ਜੀ, ਲੇਕਿਨ ਉਹਨਾਂ ਦੇ ਬੱਚੇ ਮਾਂ-ਬਾਪ ਦਾ ਸਤਿਕਾਰ ਕਿਉਂ ਕਰਦੇ ਹਨ? ਉਹ ਆਏ ਗਏ ਦੋਸਤ ਮਿੱਤਰਾਂ ਦਾ ਸਤਿਕਾਰ ਕਿਉਂ ਕਰਦੇ ਹਨ? ਉਹਨਾਂ ਨੂੰ ਪੜ੍ਹਾਈ ਵਾਸਤੇ ਵੀ ਕਹਿਣਾ ਨਹੀਂ ਪੈਂਦਾ ਵੀ ਬੱਚਿਓ ਬੈਠੋ ਆਪਣਾ ਹੋਮਵਰਕ ਕਰੋ। ਉਹਨਾਂ ਦੀ ਇੱਕ ਲਗਨ ਉਸ ਪਾਸੇ ਜੁੜੀ ਹੋਈ ਹੈ, ਡਿਸਪਲਿਨ ਆ ਉਹਨਾਂ ਵਿੱਚ। ਉਹ ਡਿਸਪਲਿਨ ਪੈਦਾ ਕਿਹਨੇ ਕੀਤਾ? ਉਹ ਤੁਸੀਂ ਖੁਦ ਕੀਤਾ। ਮਾਹੌਲ ਘਰ ਦਾ ਮਾਹੌਲ ਬਣਾਇਆ ਗਿਆ ਸੀ, ਤੁਸੀਂ ਉਸ ਚੀਜ਼ ਦੇ ਉੱਤੇ ਪਹਿਰਾ ਦਿੱਤਾ। ਹੁਣ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਬੱਚਿਆਂ ਨੂੰ ਬੇਬੀ ਸਿਟਰ ਕੋਲ ਛੱਡ ਆਓ। ਹੁਣ ਦੇਖੋ, ਬੇਬੀ ਸਿਟਰ ਕੋਲ ਬੱਚਾ ਛੱਡਣਾ ਸਭ ਤੋਂ ਵੱਡੀ ਅਗਿਆਨਤਾ ਹੈ। ਉਹ ਅਗਿਆਨਤਾ ਕੀ ਹੈ ਕਿ ਉਹ 10 ਘਰਾਂ ਦੇ ਵਿੱਚੋਂ ਬੱਚੇ ਆਏ ਹੋਏ ਹਨ, 10 ਦਾ ਘਰਾਂ ਦਾ ਡਿਫਰੈਂਟ ਐਨਵਾਇਰਨਮੈਂਟ ਹੈ। ਕਿਸੇ ਘਰ ਵਿੱਚ ਚੰਗੀਆਂ ਗੱਲਾਂ ਹੋ ਰਹੀਆਂ ਹਨ, ਕਿਸੇ ਘਰ ਵਿੱਚ ਮਾੜੀਆਂ ਗੱਲਾਂ ਹੋ ਰਹੀਆਂ ਹਨ। ਕਲੇਸ਼ ਹੈ, ਕਿਤੇ ਸ਼ਰਾਬ ਹੈ। ਹੁਣ ਜਿਵੇਂ ਕਹਿੰਦੇ ਨੇ, ਮੌਂਕੀ ਸੀ monkey do, and human being is not that far from that। ਬੱਚਿਆਂ ਦਾ ਵੀ ਦਿਮਾਗ ਇੱਕ ਅਬਜ਼ਰਵ ਇੰਨੀ ਫਾਸਟ ਕਰਦਾ ਹੈ। ਹੁਣ ਦੇਖੋ, ਛੋਟਾ ਬੱਚਾ ਹੈ, ਉਹ 5 ਲੈਂਗੁਏਜਾਂ ਸਿੱਖ ਜਾਂਦਾ ਹੈ। ਸਾਨੂੰ ਇਹਨਾਂ ਮੁਲਕਾਂ ਵਿੱਚ ਆਇਆਂ ਨੂੰ 20-30 ਸਾਲ ਹੋ ਗਏ ਹਨ, ਸਾਨੂੰ ਅਜੇ ਅੰਗਰੇਜ਼ੀ ਬੋਲਣੀ ਪੂਰੇ ਢੰਗ ਨਾਲ ਨਹੀਂ ਆਉਂਦੀ। ਉਹਦਾ ਰੀਜ਼ਨ ਇਹੀ ਹੈ ਕਿ ਬੱਚੇ ਕੋਲ ਵੈਰੀ ਓਪਨ ਅਬਜ਼ਰਵ ਪਾਵਰ ਹੈ। ਉਹ ਜਿਹੜੀ ਪਾਵਰ ਉਸਨੇ ਬਚਪਨ ਵਿੱਚ ਆਪਣੇ ਹਾਸਲ ਕਰ ਲਈ ਹੈ, ਸਾਰੀ ਲਾਈਫ ਜਿਹੜੀ ਹੈ ਆਲਮੋਸਟ ਉਹਦੀ ਉਸੇ ਬੇਸ ਤੇ ਹੀ ਚੱਲਦੀ ਹੈ। ਬਿਲਕੁਲ। ਇਸ ਕੌਨਸ਼ੀਅਸ ਮਾਈਂਡ ਦੀ ਗੱਲ ਕੀਤੀ ਹੈ ਤੁਸੀਂ, ਅਨਕੌਨਸ਼ੀਅਸ ਮਾਈਂਡ ਦੀ ਗੱਲ ਕੀਤੀ ਹੈ। ਇਹ ਮਨ ਦੇ ਦੋ, ਆਪਾਂ ਕਹਿ ਲਈਏ ਮਾਈਂਡ ਦੇ 2 ਹਿੱਸੇ ਨੇ, ਦਿਮਾਗ ਦੇ 2 ਹਿੱਸੇ ਨੇ। ਇੱਕ ਸੋਚ ਵਿਚਾਰ ਉਹਦੇ ਅੰਦਰ, ਜਿਵੇਂ ਕਹ ਲਓ ਵੀ ਬਚਪਨ ਤੋਂ ਲੈ ਕੇ ਖਿਆਲਾਤ ਬਣ ਰਹੇ, ਜਿਹਦੇ ਵਿੱਚ ਉਹਨੂੰ ਸੁਪਨੇ, ਮਨੋਵਿਗਿਆਨੀ ਕਹਿੰਦੇ ਕਿ ਸੁਪਨੇ ਵੀ ਉਹ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਜ਼ਿਆਦਾਤਰ ਲੈਂਦਾ। ਕੌਨਸ਼ੀਅਸ ਮਾਈਂਡ ਉਹਨੂੰ ਠੀਕ ਕੀ ਹੈ, ਗਲਤ ਕੀ ਹੈ, ਅੱਜ ਦੇ ਹਿਸਾਬ ਨਾਲ ਜੋ ਉਹਦਾ ਦਿਮਾਗ ਦਾ ਲੈਵਲ ਆ, ਗਿਆਨ ਲੈਵਲ ਆ, ਉਸ ਅਨੁਸਾਰ ਦੱਸਦਾ। ਪਰ ਇਹਦਾ ਬਾਡੀ ਤੇ ਕੀ ਇਫੈਕਟ ਪੈਂਦਾ, ਸਮਾਜ ਤੇ ਕੀ ਪ੍ਰਭਾਵ ਪੈਂਦਾ? ਹੁਣ ਦੇਖੋ, ਸਮਾਜ ਤੇ ਬਾਡੀ ਦੇ ਉੱਤੇ ਇਹ ਫਰਕ ਪੈਂਦਾ। ਹੁਣ ਆ ਜਿਹੜਾ ਮੈਂ ਚਿੱਤਰ ਬਣਾਇਆ ਹੈ ਬਾਹਰ, ਇਹ ਸਿਰਫ ਮਾਈਂਡ ਦਾ ਹੈ ਜੀ, ਵੱਡਾ ਚਿੱਤਰ, ਵੱਡਾ ਰੋਲ ਵੀ ਇਸ ਢੰਗ ਨਾਲ ਦਿਮਾਗ ਦਾ ਹੀ ਹੈ। ਤੇ ਜਿਹੜੀ ਛੋਟੀ ਹੈ ਉਹ ਬਾਡੀ ਬਣਾਈ ਹੈ, ਤੇ ਉਹਦੇ ਵਿੱਚੋਂ ਜਿਹੜੇ ਰਿਜ਼ਲਟ ਨਿਕਲ ਰਹੇ ਹਨ। ਹੁਣ ਅਸੀਂ ਚਾਹੁੰਦੇ ਤੇ ਹਾਂ ਕਿ ਅਸੀਂ ਅਮੀਰ ਹੋਈਏ, ਅਸੀਂ ਸਾਡੇ ਬੱਚੇ ਚੰਗੇ ਕਾਰੋਬਾਰ ਵਿੱਚ ਲੱਗਣ, ਜਿੱਥੇ ਅਸੀਂ ਖੜੇ ਹਾਂ ਸਾਥੋਂ 10 ਮੰਜ਼ਲਾਂ ਅੱਗੇ ਬੱਚੇ ਸਾਡੇ ਵਧਣ। ਸਾਡੀ ਮਾਂ-ਬਾਪ ਦੀ ਖੁਆਇਸ਼ ਵੀ ਹੈ, ਅਸੀਂ ਪੈਸਾ ਵੀ ਖਰਚ ਕਰਦੇ ਹਾਂ, ਅਸੀਂ ਟਾਈਮ ਵੀ ਸਪੈਂਡ ਕਰਦੇ ਹਾਂ, ਲੇਕਿਨ ਬੱਚਿਆਂ ਦੇ ਉੱਤੇ ਜਿਹੜੀ ਐਜ਼ ਏ ਪੇਰੈਂਟਸ ਵੀ ਹੈਵ ਐਕਸਪੈਕਟੇਸ਼ਨ, ਪਰ ਉਹ ਅਸੀਂ ਐਕਸਪੈਕਟੇਸ਼ਨ ਦੇ ਵਿੱਚ ਅਸੀਂ ਪੂਰਾ ਮੰਜ਼ਿਲ ਤੇ ਉਹਨਾਂ ਨੂੰ ਪਹੁੰਚਾਉਣ ਵਿੱਚ ਸਹਿਯੋਗੀ ਨਹੀਂ ਹੋ ਪਾ ਰਹੇ। ਉਹਦਾ ਕਾਰਨ ਇਹੀ ਹੈ ਕਿ ਜਿਹੜੀ ਇਨਫੋਰਮੇਸ਼ਨ ਇੱਥੇ ਫੀਡ ਹੋ ਚੁੱਕੀ ਹੈ, ਉਹ ਕਹਿੰਦੇ ਨੇ ਨਾ, ਵੀ ਕੈਨ ਨਾਟ ਚੇਂਜ ਐਨੀਬੋਡੀ, ਵੈਨ ਯੂ ਚੇਂਜ ਐਵਰੀਥਿੰਗ ਵਿਲ ਚੇਂਜ ਫॉर ਯੂ। ਜਿੰਨੀ ਦੇਰ ਤੱਕ ਅਸੀਂ ਖੁਦ ਪ੍ਰਪੇਅਰ ਨਹੀਂ ਹੁੰਦੇ ਆਪਣੇ ਆਪ ਵਿੱਚ ਤਬਦੀਲੀ ਲਿਆਉਣ ਵਾਸਤੇ, ਸਾਨੂੰ ਕੋਈ ਚੇਂਜ ਨਹੀਂ ਕਰ ਸਕਦਾ। ਬਿਲਕੁਲ ਵੀਰ ਜੀ, ਤੁਹਾਡਾ ਧੰਨਵਾਦ ਹੈ ਇਸ ਕੰਮ ਲਈ। ਤੇ ਨਾਲ ਦੀ ਨਾਲ ਮੈਂ ਇੱਕ ਸਵਾਲ ਇਹ ਪੁੱਛਣਾ ਚਾਹਾਂਗਾ ਕਿ ਜਿਹੜੇ ਜ਼ਿੰਦਗੀ ਨੂੰ ਸੁਹਾਵਣਾ ਕਿਵੇਂ ਬਣਾਇਆ ਜਾ ਸਕਦਾ? ਇਹਨਾਂ ਨਾਲ ਰਿਲੇਸ਼ਨਸ਼ਿਪ, ਜੇ ਮੰਨ ਲਓ ਵਿਗਾੜ ਆ ਗਏ ਨੇ, ਜੇ ਕਿਤੇ ਮੌਕਾ ਲੱਗੇ ਤਾਂ ਇਹਨੂੰ ਜੇ ਸੁਧਾਰਨਾ ਚਾਹਵੇ ਤਾਂ ਮਨੁੱਖ ਕਿਵੇਂ ਸੁਧਾਰ ਸਕਦਾ? ਸਭ ਤੋਂ ਵੱਡਾ ਤੇ ਬੱਚੇ ਦੇ ਨਾਲ ਜਿੰਨਾ ਵੀ ਅਸੀਂ ਟਾਈਮ ਸਪੈਂਡ ਕਰਾਂਗੇ, ਟਾਈਮ ਜਿੰਨੀ ਵੀ ਅਸੀਂ ਉਹਨਾਂ ਦੇ ਨਾਲ ਪ੍ਰੇਮ, ਮੁਹੱਬਤ, ਅਟੈਚਮੈਂਟ ਰੱਖਾਂਗੇ, ਉਨੇ ਹੀ ਸਾਡੇ ਤੇ ਸਾਡੇ ਬੱਚਿਆਂ ਦੇ ਰਿਲੇਸ਼ਨਸ਼ਿਪ ਸਾਡੇ ਨਾਲ ਸਟਰੋਂਗ ਬਣਨਗੇ।
ਜੇ ਸਾਡੇ ਰਿਲੇਸ਼ਨਸ਼ਿਪ ਸਟਰੋਂਗ ਬਣਨਗੇ ਤੇ ਸਾਡਾ ਆਉਣ ਵਾਲਾ ਭਵਿੱਖ ਵੀ ਇੱਕ ਚੰਗਾ ਭਵਿੱਖ ਹੋਵੇਗਾ। ਜਿਹੜੀਆਂ ਖੁਆਇਸ਼ਾਂ ਮੰਜ਼ਿਲਾਂ ਲੈ ਕੇ ਅਸੀਂ ਇਹਨਾਂ ਮੰਜ਼ਿਲਾਂ ਤੇ ਆਏ ਸੀ, ਉਹਨਾਂ ਮੰਜ਼ਿਲਾਂ ਨੂੰ ਅਸੀਂ ਪਾਉਣ ਵਿੱਚ, ਅਸੀਂ ਬੱਚਿਆਂ ਨੂੰ ਚੰਗਾ ਜੀਵਨ ਦੇਣ ਵਿੱਚ ਇੱਕ ਚੰਗੇ ਖੁਸ਼ਹਾਲੀ ਜਾਂ ਚੰਗੇ ਇਨਸਾਨ ਜਾਂ ਚੰਗੇ ਮਾਂ-ਬਾਪ ਸਿੱਧ ਹੋ ਸਕਾਂਗੇ। ਜੀ ਵੀਰ ਜੀ, ਇੱਕ ਸਵਾਲ ਮੈਂ ਕਿਤੇ ਪੜ੍ਹਿਆ ਸੀ, ਮੈਨੂੰ ਪਤਾ ਨਹੀਂ ਕਿ ਮੈਂ ਠੀਕ ਹਾਂ ਕਿ ਗਲਤ ਹਾਂ, ਕਿ ਜੇਕਰ ਬੱਚਾ ਕਿਤੇ ਗਲਤੀ ਕਰਦਾ ਤਾਂ ਅਕਸਰ ਮਾਂ-ਬਾਪ ਉਹਨੂੰ ਘੂਰ ਦਿੰਦੇ ਨੇ, ਪਰ ਜੇਕਰ ਮਾਂ-ਬਾਪ ਦੇ ਵਿੱਚ ਬੱਚਾ ਕੋਈ ਗਲਤੀ ਵੇਖ ਲੈਂਦਾ ਤਾਂ ਉਹ ਬੱਚਾ ਮਾਂ-ਪਿਓ ਨੂੰ ਘੂਰਦਾ ਨਹੀਂ, ਪਰ ਬਾਵਜੂਦ ਇਸ ਦੇ ਉਹਨੂੰ ਪਤਾ ਜ਼ਰੂਰ ਹੁੰਦਾ ਕਿ ਠੀਕ ਨਹੀਂ ਕਰ ਰਹੇ ਮੇਰੇ ਨਾਲ। ਜਦੋਂ ਬੱਚਾ ਜ਼ਿੱਦ ਕਰਦਾ ਆਪਣੀ ਗਲਤੀ ਨੂੰ ਠੀਕ ਕਰਾਉਣ ਲਈ, ਜਾਂ ਆਪਾਂ ਕਹ ਲਓ ਕਈ ਬੱਚੇ ਜ਼ਿੱਦੀ ਸੁਭਾਅ ਦੇ ਹੁੰਦੇ, ਤਾਂ ਕੀ ਮਾਂ-ਬਾਪ ਨੂੰ ਉਹਦੀ ਗੱਲ, ਹਰ ਗੱਲ ਮੰਨ ਲੈਣੀ ਚਾਹੀਦੀ ਹੈ, ਜਾਂ ਉਹਨੂੰ ਕਿਸ ਢੰਗ ਨਾਲ ਕਹਿ ਲਓ ਵੀ ਸੱਚ ਦੇ ਰਾਹ ਤੇ ਤੋਰ ਸਕੇ? ਕਈ ਵਾਰੀ ਉਹਨਾਂ ਦੀ ਜਿੱਦ ਬਿਲਕੁਲ ਨਜਾਇਜ਼ ਹੁੰਦੀ ਹੈ, ਜਾਂ ਕਹਿ ਲਓ ਵੀ ਫੋਰਸਫੁਲੀ ਉਹ ਬੱਚੇ ਨੂੰ ਕੰਪੈਲ ਕਰਦੇ ਕੋਈ ਚੀਜ਼ ਲੈਣ ਲਈ, ਉਹਨੂੰ ਕਿਸ ਢੰਗ ਨਾਲ ਮੋਡੀਫਾਈ ਕੀਤਾ ਜਾ ਸਕਦਾ? ਉਸ ਨੂੰ ਮੋਡੀਫਾਈ ਕਰਨ ਦਾ ਸਭ ਤੋਂ ਬੈਸਟ ਤਰੀਕਾ ਇਹੀ ਹੈ ਕਿ ਉਹ ਜਿਹੜੀ ਆਪਾਂ ਗੱਲ ਸ਼ੁਰੂਆਤ ਵਿੱਚ ਕਹੀ ਸੀ ਨਾ, 5 ਸਾਲ ਗਾਲ ਤੇ 1 ਲਾਲ ਪਾਲ। ਜੇ ਸਾਡੀ ਸ਼ੁਰੂਆਤ, ਸਾਡੀ ਨੀਂਹ ਹੀ ਚੰਗੀ ਹੋਵੇਗੀ ਤੇ ਸਾਨੂੰ ਆ ਛੋਟੀਆਂ ਮੋਟੀਆਂ ਗੱਲਾਂ ਦਾ ਜਿਹੜਾ ਅੱਜ ਫੇਸ ਕਰਨਾ ਪੈ ਰਿਹਾ ਹੈ, ਇਸ ਦੇ ਵਿੱਚੋਂ ਸਾਨੂੰ ਮਤਲਬ ਬੜੀ ਅੱਛੇ ਢੰਗ ਦੇ ਨਾਲ ਇੱਕ ਅਸੀਂ ਇਹ ਕਹਿ ਲਈਏ ਕਿ ਸਾਨੂੰ ਇਸ ਤੋਂ ਮੁਕਤੀ ਮਿਲ ਜਾਏ। ਜੀ ਵੀਰ ਜੀ, ਜਿੱਥੇ ਸਿੱਖਿਆ ਦਾ ਮਿਆਰ ਆਪਾਂ ਕਹ ਲਈਏ ਡੇ ਬਾਏ ਡੇ ਬਹੁਤ ਉੱਚਾ ਹੋ ਰਿਹਾ, ਬੱਚੇ ਬਹੁਤ ਜ਼ਿਆਦਾ ਟੈਕਨੋਲੋਜੀ ਨਾਲ ਜੁੜ ਰਹੇ ਨੇ, ਬੱਚੇ ਇੰਟਰਨੈਟ ਨੂੰ ਬਚਪਨ ਤੋਂ, ਈਵਨ ਮਾਂ-ਬਾਪ ਨੂੰ ਕੰਪਿਊਟਰ ਨਹੀਂ ਚਲਾਉਣਾ ਹੁੰਦਾ, ਬੱਚੇ ਉਹਦੇ ਮਾਸਟਰ ਬਣ ਜਾਂਦੇ। ਈਵਨ ਤੋਂ ਬਹੁਤ ਸਾਰੇ ਬੱਚੇ ਹਲੇ ਸਕੂਲ ਵੀ ਨਹੀਂ ਗਏ ਹੁੰਦੇ, ਬੜੀ ਸੋਹਣੀ ਇੰਗਲਿਸ਼ ਬੋਲਣ ਲੱਗ ਜਾਂਦੇ ਕਾਰਟੂਨਾਂ ਤੋਂ ਸਿੱਖ ਕੇ ਜਾਂ ਟੀਵੀ ਤੋਂ ਸਿੱਖ ਕੇ। ਜਿੱਥੇ ਇਹਨਾਂ ਸਾਧਨਾਂ ਦੀ ਕੋਈ ਸ਼ੱਕ ਨਹੀਂ ਨਜਾਇਜ਼ ਵਰਤੋਂ ਹੋ ਰਹੀ ਹੈ, ਉੱਥੇ ਪੋਜ਼ਿਟਿਵ ਵਰਤੋਂ ਵੀ ਹੋ ਰਹੀ ਹੈ, ਸਾਨੂੰ ਮੰਨਣਾ ਪਏਗਾ। ਬਿਲਕੁਲ ਸਹੀ ਗੱਲ ਹੈ। ਪਰ ਬੱਚੇ ਉਹਦੀ ਵਰਤੋਂ ਪੋਜ਼ਿਟਿਵ ਹੀ ਕਰ ਰਹੇ ਨੇ ਜਾਂ ਪੋਜ਼ਿਟਿਵ ਹੀ ਕਰਨ, ਇਸ ਤਰ੍ਹਾਂ ਦੀ ਮਾਈਂਡ ਸੈਟ ਮਾਂ-ਬਾਪ ਕਿਵੇਂ ਕਰ ਸਕਦੇ ਨੇ? ਫਿਰ ਵੀਰ ਜੀ ਗੱਲ ਮੁੱਕਦੀ ਅਖੀਰ ਤੇ ਉੱਥੇ ਹੀ ਹੁੰਦੀ, ਸਭ ਤੋਂ ਪਹਿਲਾਂ ਤੇ ਮਾਂ-ਬਾਪ ਨੂੰ ਹੀ ਅਵੇਅਰਨੈਸ ਦੀ ਜ਼ਰੂਰਤ ਹੈ। ਉਹ ਜਿਹੜਾ ਜਨਰੇਸ਼ਨ ਗੈਪ ਹੈ ਉਸ ਨੂੰ ਖਤਮ ਆਪਾਂ ਤਾਂ ਹੀ ਕਰ ਸਕਾਂਗੇ, ਬਿਲਕੁਲ ਤੇ ਖਤਮ ਕੋਈ ਚੀਜ਼ ਵੀ ਨਹੀਂ ਹੋ ਸਕਦੀ, ਲੇਕਿਨ ਉਸ ਨੂੰ ਆਪਾਂ ਸ਼ਰਿੰਕ ਕਰਕੇ, ਜਿਵੇਂ ਪਹਿਲੇ ਇੱਕ ਸੰਸਾਰ ਬਹੁਤ ਵੱਡਾ ਲੱਗਦਾ ਸੀ, ਅੱਜ ਟੈਕਨੋਲੋਜੀ ਦੇ ਯੁੱਗ ਨੇ ਸੰਸਾਰ ਨੂੰ ਬਹੁਤ ਛੋਟਾ ਕਰ ਦਿੱਤਾ। ਇੱਕ ਮੁਲਕ ਵਿੱਚ ਕੋਈ ਘਟਨਾ ਘਟਦੀ ਹੈ 2 ਮਿੰਟ ਦੇ ਵਿੱਚ ਹਰ ਮੁਲਕ ਵਿੱਚ ਪਤਾ ਲੱਗ ਜਾਂਦਾ। ਬਿਲਕੁਲ, most the time is the same time, everybody knows what's going on everywhere. ਉਹੀ ਗੱਲ ਇਹ ਹੈ ਕਿ ਬੱਚਿਆਂ ਨੂੰ ਅਸੀਂ ਇੱਕ ਚੰਗਾ ਜੀਵਨ ਤਾਂ ਹੀ ਦੇ ਸਕਾਂਗੇ ਜੇ ਅਸੀਂ ਬੱਚਿਆਂ ਦੇ ਨਾਲ ਮੈਕਸਿਮਮ ਟਾਈਮ ਸਪੈਂਡ ਕਰਾਂਗੇ। ਉਹਨਾਂ ਨੂੰ ਜੇ ਤੁਸੀਂ ਉਹ ਗੱਲ ਕਹੀ ਹੈ ਕਿ ਬੱਚਾ ਜਿੱਦ ਕਰਦਾ ਹੈ, ਉਸ ਦੀ ਜਿੱਦ ਨੂੰ ਆਪਾਂ ਕਿਵੇਂ ਭਗਾ ਸਕਦੇ ਹਾਂ? ਉਸ ਦੀ ਜਿੱਦ ਦਾ ਜਾਂ ਉਹਨੂੰ ਜਿੱਦ ਤੋਂ ਬਾਹਰ ਕਿਵੇਂ ਲਿਆ ਸਕਦੇ ਹਾਂ? ਉਸ ਦੀ ਜਿੱਦ ਦਾ ਉਹਨੂੰ ਸਾਈਡ ਇਫੈਕਟ ਦੱਸੋ, ਉਹਦੇ ਵਿੱਚ ਉਹਦੇ ਕਨਸੀਕੁਐਂਸਿਸ ਦੱਸੋ ਵੀ ਜੇ ਤੂੰ ਬੇਟੇ ਹੁਣ ਮੰਨ ਲਾ ਰਾਤ ਨੂੰ ਗੱਡੀ ਲੈ ਕੇ ਗਿਆ ਹੈ, ਤੂੰ ਘਰ ਲੇਟ ਆਇਆ ਹੈ, ਜਾਂ ਤੂੰ ਪਿਕਚਰ ਦੇਖਣ ਗਿਆ ਹੈ, ਸਵੇਰੇ ਤੂੰ ਸਕੂਲ ਜਾਣਾ ਹੈ, ਇਸ ਚੀਜ਼ ਦਾ ਤੇਰੀ ਸਵੇਰੇ ਸਾਰਾ ਦਿਨ ਬਾਡੀ ਟਾਇਰਡ ਰਹੇਗੀ, ਉਸ ਚੀਜ਼ ਦਾ ਉਹਨੂੰ ਓਪਨਲੀ ਖੁਲਾਸਾ ਕਰਕੇ ਦੱਸੋ ਵੀ ਜੋ ਤੂੰ ਬੱਚੇ ਇਹ ਕੰਮ ਕਰ ਰਿਹਾ ਹੈ, ਇਸ ਦਾ ਕੱਲ ਨੂੰ ਤੇਰੀ ਬਾਡੀ ਤੇ, ਤੇਰੀ ਪੜ੍ਹਾਈ ਤੇ ਕਿਸ ਤਰੀਕੇ ਨਾਲ ਇਹਦਾ ਇਫੈਕਟ ਹੋਵੇਗਾ। ਇੱਕ ਆਮ ਤੌਰ ਤੇ ਹੁੰਦਾ ਘਰਾਂ ਦੇ ਵਿੱਚ ਇਹ ਹੈ ਕਿ ਜੇਕਰ ਜਾ ਕੇ ਵੇਖੀਏ ਤਾਂ 5 ਦਿਨ ਤਾਂ ਮਾਂ-ਬਾਪ ਬਹੁਤ ਠੋਕ ਕੇ ਕੰਮ ਕਰਦੇ, ਕੋਈ ਦੋ ਰਾਏ ਨਹੀਂ, ਸਰੀਰ ਮਾਰ ਕੇ। ਜ਼ਿਆਦਾਤਰ ਲੋਕ ਇੰਪਲੋਇਮੈਂਟ ਨੇ, ਨੌਕਰੀ ਪੇਸ਼ਾ ਨੇ, ਬਹੁਤ ਥੋੜੇ ਲੋਕ ਨੇ ਜਿਹੜੇ ਬਿਜ਼ਨਸ ਨੇ, ਉਹਨਾਂ ਕੋਲ ਹੋਰ ਵੀ ਟਾਈਮ ਦੀ ਘਾਟ ਹੋ ਜਾਂਦੀ ਹੈ। ਪਰ ਜਦੋਂ ਕਿਤੇ ਉਹਨਾਂ ਨੂੰ ਸਮਾਂ ਮਿਲਦਾ, ਉਹ ਆਪਣੀ ਐਂਟਰਟੇਨਮੈਂਟ ਲਈ ਸਮਾਂ ਕੱਢਦੇ ਨੇ, ਫਿਲਮ ਵੇਖਦੇ ਨੇ, ਜਾਂ ਕਹ ਲਓ ਬਹੁਤ ਸਾਰੇ ਲੋਕ ਗੱਲਾਂ ਬਾਤਾਂ ਮਾਰਦੇ ਨੇ, ਜਾਂ ਬਾਹਰ ਪਾਰਟੀਆਂ ਅਟੈਂਡ ਕਰਦੇ ਨੇ। ਪਰ ਬੱਚਿਆਂ ਲਈ ਸਮਾਂ ਉਹਨਾਂ ਕੋਲ ਫਿਰ ਵੀ ਬਚਦਾ ਨਹੀਂ। ਤੁਸੀਂ ਕੀ ਸਮਝਦੇ ਹੋ ਉਹਨਾਂ ਨੂੰ ਕਿੱਥੇ ਸਮੇਂ ਨੂੰ ਕੱਟ ਲਾਉਣਾ ਚਾਹੀਦਾ ਤੇ ਕਿੰਨਾ ਕੁ ਸਮਾਂ ਬੱਚਿਆਂ ਲਈ ਰਿਜ਼ਰਵ ਰੱਖਣਾ ਚਾਹੀਦਾ? ਕੀ ਇਹ ਸਫੀਸ਼ੀਐਂਟ ਹੈ? ਇੱਕ ਇਹਦੇ ਨਾਲ ਜੁੜਦਾ ਸਵਾਲ ਕਿ ਉਹ ਹਫ਼ਤੇ ਬਾਅਦ ਆਪਣੇ ਬੱਚਿਆਂ ਨੂੰ, ਜਿਸ ਤਰ੍ਹਾਂ ਕਈ ਲੋਕ ਵੀਕਐਂਡ ਤੇ ਹੀ ਪ੍ਰੋਪਰ ਟਾਈਮ ਦਿੰਦੇ ਨੇ, ਬਾਕੀ 6 ਦਿਨ ਉਹਨੂੰ ਬੋਲਦੇ ਨੇ, ਕੀ ਇਹ ਬੱਚਿਆਂ ਨਾਲ ਜ਼ਿਆਦਤੀ ਹੈ ਜਾਂ ਨਿਆਂ? ਇਹ ਬਿਲਕੁਲ ਜ਼ਿਆਦਤੀ ਹੈ ਜੀ। ਜਦੋਂ ਅਸੀਂ ਬੱਚਿਆਂ ਤੋਂ ਐਕਸਪੈਕਟਡ ਬਹੁਤ ਜ਼ਿਆਦਾ ਕਰਨਾ ਚਾਹੁੰਦੇ ਹਾਂ, ਲੇਕਿਨ ਅਸੀਂ ਆਪਣੀ ਕਮੀ ਦੀ ਘਾਟ ਕਰਕੇ, ਹੁਣ ਦੇਖੋ ਮੋਟੀ ਜਿਹੀ ਗੱਲ ਕਰਨਾ, ਜਿਵੇਂ ਤੁਸੀਂ ਦੱਸਿਆ ਕਿ ਮਾਂ-ਬਾਪ ਆਪਣੇ ਰੁਜ਼ਗਾਰ ਵਿੱਚ ਬਿਜ਼ੀ ਹਨ। ਹੁਣ ਜਿਵੇਂ ਆਪਣੇ ਟਰੱਕ ਭਾਈ ਹਨ, ਉਹ ਕੈਲੀਫੋਰਨੀਆ ਜਾ ਰਹੇ ਹਨ, ਉਹ ਵੈਨਕੂਵਰ ਜਾ ਰਹੇ ਹਨ, ਉਹ 8 ਦਿਨਾਂ ਬਾਅਦ ਜਾਂ 5 ਦਿਨਾਂ ਬਾਅਦ ਉਹਨਾਂ ਦਾ ਗੇੜਾ ਵਾਪਸ ਘਰ ਆਉਂਦਾ ਹੈ। ਹੁਣ ਜਦੋਂ ਘਰ ਵਾਪਸ ਆਉਂਦੇ ਹਨ, ਉਹ ਪ੍ਰੋਪਰ ਟਾਈਮ ਫੇਰ ਵੀ
ਬੱਚਿਆਂ ਨੂੰ ਨਹੀਂ ਦੇ ਪਾਉਂਦੇ ਕਿਉਂਕਿ ਉਹਨਾਂ ਦੀਆਂ ਆਪਣੇ ਕੰਮ ਹੀ ਇੰਨੇ ਅਧੂਰੇ ਪਏ ਹੁੰਦੇ ਹਨ। ਫਿਰ ਉਹੀ ਮਾਂ-ਬਾਪ ਕੱਲ ਨੂੰ ਸ਼ਿਕਵਾ ਕਰਦੇ ਹਨ ਕਿ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ। ਹੁਣ ਆਪਾਂ ਦੇਖਣਾ ਇਹ ਹੈ ਕਿ ਇਹਦੇ ਵਿੱਚ ਸਾਡੀ ਟਾਈਮ ਦੀ ਇਨਵੈਸਟਮੈਂਟ ਕਿੰਨੀ ਕੁ ਹੋਈ। ਜੇ ਸਾਡੀ ਇਨਵੈਸਟਮੈਂਟ ਹੀ ਨਹੀਂ ਤੇ ਫਿਰ ਸਾਨੂੰ ਸ਼ਿਕਵਾ ਕਰਨ ਦਾ ਕੋਈ ਹੱਕ ਨਹੀਂ। ਬਿਲਕੁਲ ਠੀਕ ਹੈ। ਆਵਰ ਇਜ਼ ਅ ਪਾਵਰ ਇੱਕ ਆਮ ਕਹਾਵਤ ਮੰਨੀ ਜਾਂਦੀ ਹੈ। ਇਹ ਜਿਹੜਾ ਆਵਰ ਨੂੰ ਪਾਵਰ ਦੇ ਵਿੱਚ ਕਿਵੇਂ ਕਨਵਰਟ ਕਰ ਸਕਦੇ ਆ, ਉਹ ਆਵਰ ਅਸੀਂ ਜਿਹੜੇ ਪੈਸਿਆਂ ਤੇ ਲਾ ਰਹੇ ਆ, ਨੋ ਡਾਊਟ ਕਮਾਉਣੇ ਬਣਦੇ ਆ, ਫਰਜ਼ ਆ ਸਾਡਾ, ਪਹਿਲਾ ਫਰਜ਼ ਇਹੀ ਹੈ ਬੱਚਿਆਂ ਦੀ ਹਰ ਸਭ ਦਾ ਤਿਆਰ ਕਰ ਸਕੀਏ। ਪਰ ਜਦੋਂ ਕਿਤੇ ਉਹੀ ਬੱਚੇ ਜਦੋਂ ਸਾਡੇ ਗਲ ਨੂੰ ਆਉਂਦੇ ਆ, ਮੈਂ ਉਹਨਾਂ ਨੌਜਵਾਨ ਸਾਥੀਆਂ ਨੂੰ ਗੁਰਮਤ ਦਾ ਵੀ ਉਪਦੇਸ਼ ਸਾਂਝਾ ਕਰਨਾ ਚਾਹਾਂਗਾ ਕਿ ਕਾਹੇ ਭੂਤ ਝਗੜਤ ਹੋ ਸੰਗ ਬਾਪ ਜਿਨਕੇ ਜਣੇ ਵਡੀਰੇ ਤੁਮ ਤਿੰਨ ਸਿਓ ਝਗੜ ਪਾਪ। ਕਹਿਣ ਤੋਂ ਭਾਵ ਐ ਪੁੱਤਰ ਜਾਂ ਧੀ, ਤੂੰ ਕਿਉਂ ਆਪਣੇ ਮਾਂ-ਬਾਪ ਨਾਲ ਝਗੜਾ ਕਰ ਰਿਹਾ, ਜਿਨ੍ਹਾਂ ਦੇ ਕਰਕੇ ਤੂੰ ਅੱਜ ਵੱਡਾ ਹੋਇਆ। ਭਾਵੇਂ ਤੈਨੂੰ ਅੱਜ ਥੋੜੇ ਜਿਹੇ ਗਿਆਨ ਵਾਲੇ ਲੱਗਦੇ ਨੇ, ਅਨਪੜ੍ਹ ਜਿਹੇ ਲੱਗਦੇ ਨੇ, ਪਰ ਸੱਚੀ ਗੱਲ ਇਹ ਹੈ ਕਿ ਜੇ ਤੂੰ ਇਸ ਧਰਤੀ ਤੇ ਕੁਝ ਬਣਿਆ ਹੋਇਆ ਤਾਂ ਸਿਰਫ ਤੇ ਸਿਰਫ ਉਹਨਾਂ ਕਰਕੇ ਹੀ ਹੈ। ਤੇ ਉਹਨਾਂ ਨਾਲ ਝਗੜਾ ਕਰਨਾ ਤੇਰੇ ਲਈ ਮੇਰੇ ਪਾਪ ਤੋਂ ਵੱਧ ਕੇ ਹੋਰ ਕੁਝ ਨਹੀਂ। ਇਹ ਇੱਕ ਮਹਾਪਾਪ ਵਾਲੀ ਗੱਲ ਹੈ। ਸੋ ਮਾਂ-ਬਾਪ ਤੇ ਬੱਚਿਆਂ ਦੀ ਸੋਚ ਦੇ ਵਿੱਚ ਫਰਕ ਆ ਜਾਣਾ ਸਹਿਜ ਸੁਭਾਵਿਕ ਹੈ, ਪਰ ਮਾਂ-ਬਾਪ ਹਰ ਯਤਨ ਕਰਦੇ ਨੇ ਕਿ ਉਹ ਆਪਣੇ ਧੀ ਪੁੱਤਰ ਨਾਲ ਜੁੜਨ, ਉਹਨੂੰ ਕਿਸੇ ਨਾ ਕਿਸੇ ਢੰਗ ਨਾਲ ਮੁੜ ਰਾਹ ਤੇ ਲਿਆਉਣ। ਉਹ ਚਾਹੇ ਕਹਿ ਲਓ ਘੂਰ ਕੇ ਲਿਆਉਣ, ਚਾਹੇ ਲਾਲਚ ਨਾਲ ਲਿਆਉਣ, ਜਾਂ ਪ੍ਰੈਸ਼ਰ ਪਾ ਕੇ। ਪਰ ਬੱਚੇ ਅਕਸਰ ਮਾਂ-ਬਾਪ ਤੋਂ ਜਦੋਂ ਬਾਗੀ ਹੁੰਦੇ ਉਹ ਪਿੱਛੇ ਮੁੜ ਕੇ ਨਹੀਂ ਵੇਖਦੇ। ਅੰਤ ਵਿੱਚ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਸੰਦੇਸ਼ ਦਿਓਗੇ ਕਿ ਉਹ ਕਿਸ ਢੰਗ ਨਾਲ ਉਹਨਾਂ ਨੂੰ ਮੋੜ ਕੇ ਕਿੱਧਰ ਲੈ ਕੇ ਆਉਣ। ਸਭ ਤੋਂ ਬੈਸਟ ਤਰੀਕਾ ਇਹੀ ਹੈ ਕਿ ਜਦੋਂ ਬੱਚਾ ਕੋਈ ਛੋਟਾ ਜਿਹਾ ਕੰਮ ਕਰਦਾ ਹੈ, ਤੁਹਾਨੂੰ ਉਹ ਚੰਗਾ ਲੱਗਦਾ ਹੈ, ਬੱਚੇ ਨੂੰ ਐਪਰੀਸ਼ੀਏਟ ਕਰੋ। ਜਦੋਂ ਬੱਚੇ ਨੂੰ ਹੌਸਲਾ ਵਧਾਈ ਤੁਸੀਂ ਦਿਓਗੇ, ਬੱਚੇ ਦੇ ਵਿੱਚ ਇੱਕ ਮਤਲਬ ਉਤਸ਼ਾਹ ਪੈਦਾ ਹੋਏਗਾ। ਬੱਚਾ ਜਦੋਂ ਸਕੂਲ 'ਚ ਆਉਂਦਾ ਹੈ, ਉਹ ਮਾਂ-ਬਾਪ ਨਾਲ ਕਈ ਵਾਰੀ ਗੱਲ ਕਰਨੀ ਚਾਹੁੰਦਾ ਹੈ, ਲੇਕਿਨ ਮਾਂ-ਬਾਪ ਬਿਜ਼ੀ ਹੋਣ ਦੇ ਕਾਰਨ ਉਹਦੀ ਗੱਲ ਨੂੰ ਇਗਨੋਰ ਕਰ ਦਿੰਦੇ ਹਨ, ਅਹਿਮੀਅਤ ਨਹੀਂ ਦਿੰਦੇ। ਅਹਿਮੀਅਤ ਨਾ ਦੇਣ ਦੇ ਕਾਰਨ ਬੱਚੇ ਦੇ ਦਿਲ ਦੇ ਵਿੱਚ ਉਹ ਜਿਹੜੀ ਇੱਕ ਘਾਟ ਜਿਹੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ। ਮੈਂ ਤੇ ਇਹੀ ਕਹਾਂਗਾ ਅੰਤ ਵਿੱਚ ਸਾਰੇ ਆਉਣ ਵਾਲੇ ਨੌਜਵਾਨਾਂ ਨੂੰ ਕਿ ਜਿੰਨਾ ਵੀ ਤੁਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨਾਲ ਵੱਧ ਤੋਂ ਵੱਧ ਟਾਈਮ ਕੱਢ ਸਕਦੇ ਹੋ, ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੀਆਂ ਭਾਵਨਾਵਾਂ ਨੂੰ ਸੁਣਨ ਦੀ ਕੋਸ਼ਿਸ਼ ਕਰੋ। ਜੇ ਬੱਚਾ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹੈ, ਡ੍ਰੌਪ ਐਵਰੀਥਿੰਗ ਵਟ ਐਵਰ ਯੂ ਡੂਇੰਗ, ਸਟਾਰਟ ਲਿਸਨਿੰਗ ਆਈਜ਼ ਟੂ ਆਈਜ਼। ਆਈ ਕੰਟੈਕਟ ਦੇ ਨਾਲ ਜਦੋਂ ਤੁਸੀਂ ਕਿਸੇ ਦੇ ਨਾਲ ਗੱਲ ਸੁਣੋਗੇ, ਅਗਲੇ ਨੂੰ ਵੀ ਪਤਾ ਲੱਗੇਗਾ ਕਿ somebody is listening to me and somebody is giving me honor। ਇਹੀ ਤੁਹਾਡਾ ਜਿਹੜਾ honor ਹੈ, ਤੁਹਾਡੀ ਰਿਸਪੈਕਟ ਹੈ, ਤੁਹਾਡੀ ਅਟੈਚਮੈਂਟ ਹੈ, ਡਾਊਨ ਦਾ ਰੋਡ ਇਹੀ ਤੁਹਾਡੇ ਨਾਲ ਇੱਕ ਸਟਰੋਂਗ ਬੌਂਡ ਬਣੇਗਾ। ਇਹੀ ਤੁਹਾਡੇ ਰਿਲੇਸ਼ਨਸ਼ਿਪਾਂ ਨੂੰ ਇੱਕ ਸੁਧਾਰ ਲਿਆਵੇਗਾ ਤੇ ਤੁਸੀਂ then you can blind faith on each other and then you can work like a shoulder to shoulder। ਬਹੁਤ ਵਧੀਆ। ਤੇ ਇੱਕ ਅੰਤ ਦੇ ਵਿੱਚ ਮੈਂ ਨੌਜਵਾਨ ਦੋਸਤਾਂ ਨੂੰ ਵੀ ਕਹਿਣਾ ਚਾਹਾਂਗਾ ਜਿਨ੍ਹਾਂ ਦੇ ਆਪਣੇ ਮਾਂ-ਬਾਪ ਨਾਲ ਬਹੁਤੀ ਨਹੀਂ ਬਣਾਈ, ਕਿ ਮਾਂ-ਬਾਪ ਇੱਕ ਐਸੀ ਕੜੀ ਨੇ ਤੁਹਾਡੇ ਜੀਵਨ ਦੀ, ਜੇ ਹੋ ਸਕੇ ਤਾਂ ਉਹਨਾਂ ਨੂੰ ਸੰਭਾਲ ਲਿਓ, ਕਿ ਜਿਹੜੇ ਕਦੇ ਥੋੜੀ ਤਰੱਕੀ ਤੋਂ ਜੈਲਸ ਨਹੀਂ ਕਰਦੇ, ਜਿਹੜੇ ਆਲਵੇਜ਼ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ ਉਹਨਾਂ ਨਾਲੋਂ ਗਾਹਾਂ ਲੰਘਣ। ਇੱਕ ਉਰਦੂ ਦਾ ਪੁਰਾਣਾ ਸ਼ੇਰ ਹੈ ਜੀ ਕਿ इससे बढ़कर खुशी क्या हो सकती है बाप को उस्ताद को, अपने से आगे बढ़ता देखकर शागिर्द को औलाद को। केवल दुनिया ते दो ही ऐसे ਆਪਾਂ ਕਹ ਲਈਏ ਸਾਡੀ ਜੀਵਨ ਦੇ ਅਹਿਮ ਥੰਮ ਨੇ, ਮਾਪੇ ਤੇ ਅਧਿਆਪਕ, ਜਿਹੜੇ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ, ਉਹਨਾਂ ਦੇ ਸ਼ਾਗਿਰਦ ਉਹਨਾਂ ਤੋਂ ਅੱਗੇ ਲੰਘਣ, ਉਹਨਾਂ ਤੋਂ ਹਾਰ ਖਾ ਕੇ ਵੀ ਆਪਣੀ ਜਿੱਤ ਮਹਿਸੂਸ ਕਰਦੇ ਨੇ। ਸੋ ਮੈਂ ਉਹਨਾਂ ਸਾਥੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਇੱਕ ਵਾਰੀ ਪਿੱਛੇ ਮੁੜ ਕੇ ਜ਼ਰੂਰ ਭੌਂ ਕੇ ਵੇਖੋ ਕਿ ਤੁਹਾਡੇ ਮਾਂ-ਬਾਪ ਤੁਹਾਡਾ ਰਸਤਾ ਉਡੀਕ ਰਹੇ ਨੇ, ਉਹਨਾਂ ਨੂੰ ਤੁਹਾਡੇ ਸਹਾਰੇ ਦੀ ਲੋੜ ਆ। ਇਹ 'ਚ ਕੋਈ ਦੋ ਰਾਏ ਨਹੀਂ। ਭਾਵੇਂ ਤੁਹਾਨੂੰ ਲੱਗੇ ਕਿ ਕਿਤੇ ਨਾ ਕਿਤੇ ਮਾਂ-ਬਾਪ 'ਚ ਹੀ ਗਲਤੀ ਹੋਏਗੀ, ਪਰ ਇਹ ਕਿਤੇ ਨਾ ਕਿਤੇ ਸਮੇਂ ਦੀ ਨਾਲ ਸਮਝ 'ਚ ਫਰਕ ਪੈ ਜਾਂਦੇ ਹਨ, ਕਿਉਂਕਿ ਅੱਜ ਅਸੀਂ ਬੜੀ ਤੇਜ਼ੀ ਨਾਲ ਸਮਝ ਰਹੇ ਹਾਂ। ਜਿਹੜੇ ਜ਼ਮਾਨੇ ਦੇ ਮਾਂ-ਬਾਪ ਨੇ, ਹੋ ਸਕਦਾ ਉਹ ਬੜੀ ਹੌਲੀ ਸਮਝ ਰਹੇ ਹੋਣ, ਉਹ ਕੁਝ ਚੀਜ਼ਾਂ ਵੇਖ ਕੇ, ਆਬਜ਼ਰਵ ਕਰਕੇ, ਪ੍ਰੈਕਟੀਕਲ ਰਿਜ਼ਲਟਾਂ ਨੂੰ ਹੀ ਮਾਨਤਾ ਦੇਣ। ਸੋ ਤੁਸੀਂ ਵਾਪਸ ਤਰੱਕੀਆਂ ਕਰਕੇ ਉਹਨਾਂ ਕੋਲ ਜ਼ਰੂਰ ਪਹੁੰਚੋ ਔਰ ਉਹਨਾਂ ਨੂੰ ਆਪਣੇ ਵਿਹੜੇ ਦਾ ਔਰ ਆਪਣੇ ਦਿਲ ਦਾ ਔਰ ਘਰ ਦਾ ਅਹਿਮ ਹਿੱਸਾ ਬਣਾਓ। ਇੰਨਾ ਕੁਝ ਕਹਿੰਦਾ ਹੋਇਆ ਅੰਤ ਵਿੱਚ ਜੇ ਕੁਝ ਚੀਜ਼ ਮੈਂ ਪੁੱਛਣੀ ਰਹਿ ਗਿਆ ਹੋਵਾਂ ਵੀਰ ਜੀ, ਤੁਸੀਂ ਵਾਈਂਡ ਅਪ ਕਰਦੇ ਹੋਏ ਅੰਤ ਵਿੱਚ ਕੋਈ ਸੰਦੇਸ਼ ਸਾਡੇ ਸੁਣਨ ਵਾਲਿਆਂ ਨੂੰ, ਚਾਹਣ ਵਾਲਿਆਂ ਨੂੰ ਦੇਣਾ ਚਾਹੋ। ਮੈਂ ਤੇ ਇਹੀ ਕਹਾਂਗਾ ਜਿਹੜਾ ਟਾਈਮ ਤੁਸੀਂ ਜਿਸ ਤੇ ਤੁਸੀਂ ਗੱਲ ਕੀਤੀ ਸੀ, ਆਵਰ ਇਜ਼ ਪਾਵਰ, ਜਿਹੜਾ ਤੁਸੀਂ ਟਾਈਮ ਟੀਵੀ ਦੇ ਉੱਤੇ, ਫੋਨਾਂ ਦੇ ਉੱਤੇ ਦੋਸਤ ਮਿੱਤਰਾਂ ਨਾਲ ਗੁਜ਼ਾਰਦੇ ਹੋ, ਉਸ ਘੰਟੇ ਨੂੰ ਤੁਸੀਂ ਅਗਰ ਆਪਣੇ ਪਰਿਵਾਰ ਵਿੱਚ ਬੈਠ ਕੇ ਇੱਕ ਡਿਨਰ ਟਾਈਮ ਫਿਕਸ ਕਰ ਲਓ ਕਿ ਵੀਕ ਦੇ ਵਿੱਚ ਅਸੀਂ ਫਲਾਣੇ ਦਿਨ ਫਲਾਣੇ ਟਾਈਮ ਬੈਠ ਕੇ ਇਕੱਠਾ ਇੱਕ ਪਰਿਵਾਰ ਨੇ ਡਿਨਰ ਕਰਨਾ ਹੈ,
ਉਸ ਡਿਨਰ ਦੇ ਟਾਈਮ ਹੋਰ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ। ਉਹਦੇ ਵਿੱਚ ਬੱਚਿਆਂ ਦੀ ਦਿਨਚਰਿਆ ਬਾਰੇ, ਉਹਨਾਂ ਦੇ ਜੀਵਨ ਬਾਰੇ ਇਹ ਪੁੱਛੋ, ਉਹਨਾਂ ਨੂੰ ਇਹ ਪੁੱਛੋ, ਬੇਟੇ ਕੋਈ ਬੱਚੋ ਕੋਈ ਸਾਡੀ ਹੈਲਪ ਦੀ ਜ਼ਰੂਰਤ ਹੈ, ਵੀ ਵਿਲ ਬੀ देयर whenever you need। ਜੇ ਇਹੋ ਜਿਹੀ ਗੱਲਬਾਤ ਤੁਸੀਂ ਬੱਚਿਆਂ ਦੇ ਨਾਲ ਅਟੈਚਮੈਂਟ ਰੱਖੋਗੇ, ਉਹਨਾਂ ਦੇ ਨਾਲ ਆਪਣਾ ਪਿਆਰ ਵੰਡੋਗੇ, ਤੇ ਬੱਚਿਆਂ ਵਿੱਚ ਵੀ ਇੱਕ ਕੌਨਫੀਡੈਂਸ ਪੈਦਾ ਹੋਏਗਾ ਕਿ when they need anything my parents will be there। ਹੁਣ ਆਪਣਾ ਆਉਣ ਵਾਲੀ ਪਨੀਰੀ ਨੂੰ ਇਹੀ ਹੱਥ ਜੋੜ ਕੇ ਵੰਦਨਾ ਹੈ, ਇਹੀ ਬੇਨਤੀ ਹੈ ਕਿ ਆਉਣ ਵਾਲੀ ਆਪਣੀ ਬੱਚਿਆਂ ਨੂੰ ਤੁਸੀਂ ਵੱਧ ਤੋਂ ਵੱਧ ਟਾਈਮ ਦਿਓ, ਉਹਨਾਂ ਦੇ ਨਾਲ ਚੰਗਾ ਟਾਈਮ ਸਪੈਂਡ ਕਰੋ, ਤਾਂ ਕਿ ਉਹ ਕੱਲ ਨੂੰ ਤੁਹਾਡੀ ਹੋਈ ਦਿੱਤੀ ਐਜੂਕੇਸ਼ਨ ਦੇ ਮੁਤਾਬਕ ਇੱਕ ਆਪਣਾ ਚੰਗਾ ਜੀਵਨ ਬਤੀਤ ਕਰ ਸਕਣ। ਪ੍ਰੋਗਰਾਮ ਦੇ ਵਿੱਚ ਵੀ ਜੀ ਆਪ ਜੀ ਦੇ ਕੀਮਤੀ ਸੁਝਾਅ ਦੇਣ ਲਈ, ਔਰ ਇਹ ਅੱਜ ਦੀ ਜਿਹੜੀ ਆਪਾਂ ਕਹਿ ਲਈਏ ਇੱਕ ਵੱਡੀ ਸਮੱਸਿਆ ਕਿ ਮੈਂ ਕੌਣ ਹਾਂ ਤੇ ਮੇਰਾ ਪਰਿਵਾਰ ਕਿਉਂ ਖਿੰਡ ਰਿਹਾ, ਇਹਦੇ ਤੇ ਤੁਸੀਂ ਕਾਫੀ ਵਧੀਆ ਮਹੱਤਵਪੂਰਨ ਸੁਝਾਅ ਦਿੱਤੇ ਆ। ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ। ਔਰ ਮੈਂ ਬੇਨਤੀ ਕਰਾਂਗਾ ਸਾਡੇ ਪ੍ਰੋਗਰਾਮ ਵੇਖਣ ਵਾਲਿਆਂ ਨੂੰ ਕਿ ਸਿੱਖ ਚੈਨਲ ਜੋ ਕਿ ਰੋਜਰ ਦੇ ਉੱਤੇ 676 ਔਰ ਬੈਲ ਦੇ ਉੱਤੇ ਵੀ ਆ ਰਿਹਾ, ਤੁਸੀਂ ਉਹਨਾਂ ਨੂੰ ਆਪਣੇ ਚਾਹਣ ਵਾਲਿਆਂ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ ਔਰ ਰਿਸ਼ਤੇਦਾਰਾਂ ਨੂੰ ਜ਼ਰੂਰ ਅਪੀਲ ਕਰੋ ਕਿ ਜਿਨ੍ਹਾਂ ਦੇ ਘਰੇ ਹਾਲੇ ਸਿੱਖ ਚੈਨਲ ਪਹੁੰਚਿਆ ਨਹੀਂ, ਉਸ ਘਰੇ ਵੀ ਪਹੁੰਚ ਸਕੇ, ਤਾਂ ਕਿ ਇਸ ਤਰ੍ਹਾਂ ਦੇ ਮਿਆਰੀ ਪ੍ਰੋਗਰਾਮ ਔਰ ਹੋਰ ਵਧੀਆ ਪ੍ਰੋਗਰਾਮ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਕਰ ਸਕੀਏ। ਪਰ ਬਸ਼ਰਤੇ ਤੁਸੀਂ ਵੀ ਸਿੱਖ ਚੈਨਲ ਦੀ ਪਾਵਰ ਦੁੱਗਣੀ ਕਰ ਸਕੋ। ਇੰਨਾ ਕੁਝ ਕਹਿੰਦਾ ਹੋਇਆ ਵੀਰ ਜੀ ਆਪ ਜੀ ਦਾ ਔਰ ਆਪ ਸਭ ਦਾ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।